ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦਿ ਸਚ ਹੈ ਕੀ ਸਚ, ਨਾਨਕ ਹੋਸੀ ਭੀ ਸਚ। ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾਗਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਐਸੀ ਲਾਲ ਤੁਧ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਧਰੇ। ਜਾਂ ਕੀ ਛੋਤ ਜਗਤ ਕਹੁ ਲਾਗੈ, ਤਾਂ ਪਰ ਤੂੰ ਹੀ ਧਰੈ। ਵਾਹਿਗੁਰੂ ਸਾਹਿਬ ਜੀ। ਨਿਸ ਦਿਨ ਮਾਇਆ ਕਾਰਨੇ, ਪ੍ਰਾਨੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋ, ਨਾਰਾਇਣ ਜਿਹ ਚੀਤ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਨਿਰੰਕਾਰ ਕਾਲ ਪੁਰਖ, ਦਸੇ ਸਰੂਪ ਹਾਜ਼ਰ ਹਜ਼ੂਰ। ਗੁਰੂਆਂ ਦੇ ਗੁਰੂ, ਸ਼ਬਦ ਅਵਤਾਰ ਗੁਰੂ, ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਰਸਨਾ ਸਫਰੀ ਕਰੋ, ਗੁਰੂ ਚਰਨਾਂ 'ਚ ਹਾਜ਼ਰੀ ਲਵਾਓ ਤੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਤਾ ਯੋਗ ਹੋ, ਵਡਿਆਈ ਦੇ ਪਾਤਰ ਹੋ। ਕਲਯੁਗ ਦੇ ਸਮੇਂ ਅੰਦਰ ਪਦਾਰਥ ਰੂਪੀ ਮਨੁੱਖਾ ਜਨਮ ਸਰੀਰ ਮਿਲਿਆ ਹੈ, ਪੰਜਾਬ ਦੀ ਧਰਤੀ 'ਤੇ ਮਿਲਿਆ ਹੈ, ਗੁਰਸਿੱਖਾਂ ਦੇ ਘਰ ਵਿੱਚ ਮਿਲਿਆ ਹੈ। ਅੰਮ੍ਰਿਤ ਵੇਲਾ ਸਾਂਭਣ ਲਈ ਮਹਾਰਾਜ ਸਾਹਿਬ ਦਾ ਦਿੱਤਾ ਹੋਇਆ ਉਦੋਂ ਮਿਲਿਆ ਹੈ। ਕਦਮ ਸਫਲੇ ਬਣਾ ਕੇ, ਸਾਹਿਬਾਂ ਨੂੰ ਸੀਸ ਝੁਕਾ ਕੇ, ਸਮਗਰੂਪ ਹੋ ਕੇ ਮਿਲ ਕੇ ਬੈਠੇ ਹੋ। ਦੁਨੀਆ 'ਤੇ ਕਈ ਥਾਈਂ ਗੁਰੂ ਚਰਨਾਂ 'ਚ ਸੰਗਤ ਇਕੱਤਰ ਹੁੰਦੀ ਹੋਵੇਗੀ, ਪਰ ਬਹੁ ਗਿਣਤੀ ਕਿਸੇ ਦੀ ਖੁਸ਼ਾਮਦੀ ਨੂੰ ਮੁੱਖ ਰੱਖ ਕੇ ਆਉਂਦੇ ਹੈ। ਕੋਈ ਕੁਝ ਕਮਾਉਣ ਵਾਸਤੇ, ਦੇਣ ਵਾਸਤੇ ਤੇ ਲੈਣ ਵਾਸਤੇ ਆਉਂਦੇ ਹਾਂ। ਇਹ ਸੰਗਤ ਗੁਰੂ ਕਿਰਪਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਦੀ ਚਰਨ ਛੋਹ ਨੂੰ ਪ੍ਰਾਪਤ ਹੈ। ਬੜਾ ਇੱਕ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ, ਵਿਵਾਹ ਸ਼ਾਦੀ ਵਾਲਾ, ਨਾਨਕਿਆਂ ਵਾਲਾ ਤੇ ਦਾਦਕਿਆਂ ਵਾਲਾ। ਇਸ ਪ੍ਰਕਾਰ ਇਹ ਪੰਕਤੀਆਂ ਢੁਕਦੀਆਂ ਨੇ ਕਿ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀਏ ਨਾਨਕਾਰ ਸਾਰ। ਜਿੰਨਾ ਵੀ ਕੋਈ ਨਿਰਇਛਤ ਜ਼ਿੰਦਗੀ ਲੈ ਕੇ ਗੁਰੂ ਚਰਨਾਂ 'ਚ ਆਵੇਗਾ, ਮੰਗ ਕੋਈ ਨਹੀਂ ਲੈ ਕੇ ਆਵੇਗਾ। ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਾਮਨਾ ਤੋਂ ਰਹਿਤ ਗੁਰੂ ਚਰਨਾਂ 'ਚ ਆਵੇਗਾ, ਗੁਰਬਾਣੀ ਨੂੰ ਪੜ੍ਹੇ ਅਤੇ ਸੁਣੇਗਾ, ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਗੁਰਬਾਣੀ ਦੀਆਂ ਪੰਕਤੀਆਂ ਨੇ ਜਿਨ੍ਹਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਵੇਖੋ ਵੇਖੀ ਨਹੀਂ, ਬੱਧੇ ਚੱਟੀ ਨਹੀਂ ਭਰ ਰਹੇ ਆਪ ਜੀ। ਸਤਿਗੁਰੂ ਕਿਰਪਾ ਕਰਨ, ਨਾਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ 400 ਸਾਲਾਂ ਨੂੰ ਮੱਦੇ ਰੱਖਦਿਆਂ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਸਿੱਖ ਸੰਗਤਾਂ ਧੂਮ ਧਾਮ ਨਾਲ ਮਨਾ ਰਹੀਆਂ ਹਨ। ਸਾਡੇ ਪਾਸੋਂ ਵੀ ਗਰੀਬ ਨਵਾਜ ਕਿਰਪਾ ਕਰਕੇ ਸੇਵਾ ਲੈ ਰਹੇ ਆ। 2-3 ਦੀਵਾਨ ਹੋਰ ਰਹਿ ਗਏ ਨੇ। ਮਹਾਰਾਜ ਸਾਹਿਬ ਜੀ ਦੇ ਆਖਰੀ ਸਲੋਕ ਸੱਚਖੰਡ ਨੂੰ ਜਾਣ ਲੱਗਿਆਂ ਸਭ ਸੰਗਤਾਂ ਨੂੰ ਚਿੱਠੀ ਦੇ ਰੂਪ ਵਿੱਚ, ਸੁਨੇਹੇ ਦੇ ਰੂਪ ਵਿੱਚ, ਸਿੱਖਿਆ ਦੇ ਉਪਦੇਸ਼ ਦੇ ਰੂਪ ਵਿੱਚ ਮਹਾਰਾਜ ਸਾਹਿਬ ਨੇ ਬਖਸ਼ ਕੀਤੇ ਨੇ। ਆਪਣੇ ਪਰਿਵਾਰ ਨੂੰ ਨਹੀਂ ਜਾਂ ਹੋਰ ਕਿਸੇ ਨੂੰ ਨਹੀਂ। ਇਸ ਪ੍ਰਕਾਰ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ। ਪਿਛਲੀਆਂ ਦੀਵਾਨਾਂ 'ਚ 23 ਸਲੋਕਾਂ ਦੀ ਵਿਚਾਰ ਆਪਾਂ ਮਿਲ ਜੁਲ ਕੇ ਕਰ ਲਈ ਹੈ ਅਤੇ 24ਵਾਂ ਸਲੋਕ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਇਸ ਦੀ ਵਿਚਾਰ ਮਿਲ ਕੇ ਮਹਾਰਾਜ ਸਾਹਿਬ ਕਰੀਏ ਕਰਵਾ ਲੈਣ। ਨਿਸ ਦਿਨ, ਨਿਸ ਨਾ ਰਾਤ ਨੂੰ ਕਹਿੰਦੇ ਹੈ ਅਤੇ ਦਿਨ ਦਿਨ ਨੂੰ ਕਹਿੰਦੇ ਹੈ। ਮਾਇਆ ਕਾਰਣੇ, ਮਾਇਆ ਦੀ ਪ੍ਰਾਪਤੀ ਦੇ ਕਾਰਨ ਵਾਸਤੇ। ਪ੍ਰਾਨੀ ਡੋਲਤ ਨੀਤ, ਜੀਵ ਡੋਲਦਾ ਫਿਰਦਾ ਦੁਆਰੇ ਦੁਆਰ, ਸਵਾਨ ਜਿਉਂ ਡੋਲਤ। ਮਹਿ ਸੁਧ ਰਾਮ ਭਜਨ ਕੀ,
ਜਿਵੇਂ ਕੂਕਰ ਬੁਰਕੀਆਂ ਦੀ ਪ੍ਰਾਪਤੀ ਵਾਸਤੇ ਦੁਆਰ ਦੁਆਰ 'ਤੇ ਡੋਲਦਾ ਫਿਰਦਾ ਹੈ, ਇਵੇਂ ਜੀਵ ਤੇਰੀ ਹਾਲਤ ਬਣੀ ਹੋਈ ਹੈ। ਸੋ ਰਾਮ ਭਜਨ ਪਰਮੇਸ਼ਰ ਦੇ ਨਾਮ ਦਾ ਜੋ ਲਾਹਾ ਲੈਣਾ ਸੀ, ਉਹ ਤੈਨੂੰ ਸੁੱਧ ਨਹੀਂ, ਉਹ ਤੈਨੂੰ ਗਿਆਤ ਨਹੀਂ। ਮਾਇਆ ਇਹੋ ਜਿਹੀ ਪ੍ਰਬਲ ਸ਼ਕਤੀ ਹੈ, ਕਿਸੇ ਨੂੰ ਛੱਡਦੀ ਨਹੀਂ। ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾਂ ਜਾ ਖਾਇਆ, ਸੋ ਮਨਮੁਖ ਖਾਧੇ ਗੁਰਮੁਖ ਉਭਰੇ, ਜਿਹਨੇ ਸੱਚ ਨਾਮ ਚਿਤ ਲਾਇਆ। ਸੱਚੇ ਨਾਮ ਤੋਂ ਬਿਨਾਂ ਨਹੀਂ ਬਚਿਆ ਜਾ ਸਕਦਾ। ਜੇ ਗੁਰੂ ਦੀ ਕਿਰਪਾ ਹੋਵੇ ਤੇ ਗਾਰੜੂ ਮੰਤਰ ਹੈ ਪਰਮੇਸ਼ਰ ਦਾ ਨਾਮ। ਜਿਹੜੇ ਸੱਪ ਰੱਖਣ ਵਾਲੇ ਨੇ, ਫੜਨ ਵਾਲੇ ਮਾਂਦਰੀ ਨੇ, ਉਹਨਾਂ ਦੇ ਕੋਲ ਇੱਕ ਗਾਰੜੂ ਮੰਤਰ ਹੁੰਦਾ ਹੈ, ਜਿਹਦੇ ਨਾਲ ਉਹਨਾਂ ਨੂੰ ਸੱਪ ਦੀ ਜ਼ਹਿਰ ਨਹੀਂ ਚੜ੍ਹਦੀ। ਉਹ ਗਾਰੜੂ ਮੰਤਰ ਪਰਮੇਸ਼ਰ ਦਾ ਨਾਮ ਹੈ, ਤੇ ਜਪਣ ਵਾਲੇ ਵੀ ਬਹੁਤ ਗਿਣਤੀ ਇਹਦੇ ਅਧੀਨ ਹੋ ਜਾਂਦੇ ਨੇ। ਭਗਤ ਕਬੀਰ ਜੀ ਕਥਾ ਕਰ ਰਹੇ ਸਨ, ਸੰਗਤਾਂ ਬੈਠੀਆਂ ਸਨ ਤੇ ਹਿਲਜੁਲ ਹੋਈ। ਪੁੱਛਿਆ ਕੀ ਕਾਰਨ ਸਾ ਭਗਤ ਜਨੋ, ਕਿਉਂ ਹਿੱਲੇ ਹੋ? ਜੀ ਸਰਪਣੀ ਪੈਦਾ ਹੋ ਗਈ ਤਾਂ ਹਿਲਜੁਲ ਹੋਈ ਹੈ। ਤੇ ਭਗਤ ਜੀ ਕਹਿੰਦੇ ਸਰਪਣੀ ਸਰਪਣੀ ਕਹਾ ਕਰੋ ਭਾਈ, ਜਿਨ ਸਾਚ ਪਛਾਨਿਆ ਤਿਨ ਸਰਪਣੀ ਖਾਈ। ਇਹ ਸਰਪਣੀ ਦੇ ਉੱਪਰ ਨਹੀਂ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਇਹਦੇ ਛੱਡਦੀ ਨਹੀਂ ਕਿਸੇ ਨੂੰ। ਇਹੋ ਜਿਹੀ ਪ੍ਰਬਲ ਸ਼ਕਤੀ ਹੈ ਜਿਹੜੀ ਮਾਇਆ ਹੈ। ਜੋ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਧਨ ਖਾੜ ਦੇ ਕਰ ਭੋਗ ਬਿਲਾਸਾ। ਬੱਚਾ ਅਜੇ ਮਾਂ ਦੇ ਗਰਭ ਵਿੱਚ ਹੀ ਪੇਟ 'ਚ ਹੀ ਹੁੰਦਾ ਹੈ, ਤੇ ਮਾਂ ਦੀਆਂ ਆਸਾਂ ਪ੍ਰਬਲ ਹੋ ਜਾਂਦੀਆਂ। ਇਹਨੂੰ ਜਨਮ ਦੇਵਾਂਗੀ, ਇਹਨੂੰ ਪਾਲਾਂਗੀ, ਇਹਨੂੰ ਪੜ੍ਹਾਵਾਂਗੀ, ਅਵਸਰ ਬਣੂਗਾ, ਧਨ ਖੱਟੂਗਾ, ਮਾਇਆ ਕਮਾਊਗਾ, ਤੇ ਮੈਂ ਭੋਗ ਬਿਲਾਸ ਕਰਾਂਗੀ, ਆਨੰਦ ਮਾਣਾਂਗੀ। ਕਿਰਸਾਨੀ ਕਿਰਸਾਨ ਕਰੇ, ਲੋਚੇ ਜੀਉ ਲਾਏ ਉਦਮ ਕਰੇ। ਉਦਮ ਕਰੇ ਲੋਚੇ ਜੀਉ ਲਾਏ ਉਦਮ ਕਰੇ, ਹਲ ਜੋਤੇ ਮੇਰਾ ਪੁੱਤ ਧੀ ਖਾਏ। ਉਹਦੀ ਵੀ ਆਸਾ ਇਹੀ ਹੁੰਦੀ ਹੈ, ਮੇਰੇ ਪੁੱਤਰ ਖਾਣਗੇ, ਮੇਰੀਆਂ ਧੀਆਂ ਖਾਣਗੀਆਂ, ਮੈਂ ਯਤਨ ਕਰਾਂ ਤੇ ਕਮਾਈ ਕਰਾਂ। ਜੀਵ ਪਾਸੇ ਬਹੁਤ ਦਰੇਡੇ ਦੂਰ ਦੇੜੇ ਭੱਜਾ ਫਿਰਦਾ ਹੈ। ਇਸ ਮਾਇਆ ਦੀ ਕਾਰਣੀ ਪ੍ਰਾਪਤੀ ਵਾਸਤੇ ਇਹ ਨਹੀਂ ਕਿਸੇ ਨੂੰ ਛੱਡਦੀ। ਇਹਦੀ ਮਮਤਾ ਬੜੀ ਪ੍ਰਬਲ ਹੈ। ਉਦਮ ਕਰਨਾ, ਕਮਾਈ ਕਰਨੀ ਕੋਈ ਮਾਇਆ ਨਹੀਂ, ਹੱਕ ਲੈਣਾ ਕੋਈ ਮਾਇਆ ਨਹੀਂ। ਤੇ ਬ੍ਰਹਮਾ ਵਿਸ਼ਨੂੰ ਤੇ ਮਹਾਦੇਵ ਸ਼ਿਵ ਜੀ, ਇਹਨਾਂ ਨੂੰ ਵੀ ਛੱਡ ਲਿਆ। ਬੜੀ ਪ੍ਰਬਲ ਸ਼ਕਤੀ ਹੈ। ਦਾਸ ਇਹਨਾਂ ਦੀ ਕੁਤਹੀਨ ਦੇ ਸੰਬੰਧ ਵਿੱਚ ਨਹੀਂ ਬੋਲਦਾ। ਭਗਤ ਕਬੀਰ ਜੀ ਦੇ ਬਚਨ ਨੇ, ਗੁਰਬਾਣੀ 'ਚ ਦਰਜ ਨੇ। ਇਹਨਾਂ ਨੂੰ ਕਿਵੇਂ ਛੜਿਆ ਸੀ? ਗੁਰਮੁਖ ਜਦੋਂ 14 ਰਤਨ ਕੱਢੇ ਸਨ, ਸੋ ਸਵਾਪ ਸਮੁੰਦਰ ਰੜਕੇ ਸ੍ਰੀ ਮਨ ਰੰਭਾ ਵਾਰਣੀਮੀ ਸੰਗ ਅਜਰਾਜ ਬਿਖ ਧੇਨ ਸਸ ਕਲਪਤਾ ਧਨਕ ਧਨ ਅੰਦਰ ਬਾਜ। 14 ਗਿਣਦਿਆਂ ਵਿਚਾਰਾਂ ਕਰਦਿਆਂ ਸਮਾਂ ਲੱਗਦਾ ਹੈ। ਰਤਨ ਵੰਡੇ ਗਏ ਨੇ, ਅੰਮ੍ਰਿਤ ਨੂੰ ਸਾਰੇ ਚਾਹੁੰਦੇ ਨੇ। ਸੋ ਇਹ ਝਗੜਾ ਪੈਦਾ ਹੋਣ ਦੇ ਖਤਰੇ ਨੂੰ ਮੁੱਖ ਰੱਖ ਕੇ ਉਹ ਮਹਾ ਭਗਵਾਨ, ਇੱਕ ਆਮ ਭਗਵਾਨ ਵਿਸ਼ਨੂੰ, ਇਸ ਪ੍ਰਕਾਰ ਉਹਨੇ ਮੋਹਣੀ ਅਵਤਾਰ ਧਾਰਿਆ। ਸਭ ਨੂੰ ਹੀ ਮੋਹ ਲਿਆ, ਸਾਰੇ ਉਹਦੇ ਮੂੰਹ ਵੱਲ ਵੇਖੀ ਜਾਂਦੇ ਹੈ। ਇਸ ਪ੍ਰਕਾਰ ਫਿਰ ਕਿਸੇ ਨੂੰ ਜ਼ਹਿਰ ਦੇਤੀ, ਕਿਸੇ ਨੂੰ ਸ਼ਰਾਬ ਦੇਤੀ, ਤੇ ਕਿਸੇ ਨੂੰ ਕੁਝ ਹੋਰ ਦੇ ਦਿੱਤਾ। ਸੁੱਧ ਬੁੱਧ ਹੀ ਨਾ ਰਹੀ। ਇਹ ਹਾਲਾਤ ਬਣੀ ਸੀ। ਤੇ ਸ਼ਿਵ ਜੀ ਕਹਿਣ ਲੱਗਾ ਫਿਰ ਸਮੇਂ ਬਾਅਦ, ਤੇ ਤੁਸੀਂ ਮੈਨੂੰ ਜ਼ਹਿਰ ਦਿੱਤੀ ਸੀ, ਮੈਂ ਰਾਹ ਕਹਿ ਕੇ ਪੀ ਲਈ ਸੀ, ਤੇ ਮਾਂ ਕਹਿ ਕੇ ਗਲੇ 'ਚ ਬੰਦ ਕਰ ਲਈ ਸੀ, ਪਚਾ ਲਈ ਸੀ, ਕੰਠ ਹਲਾਹਲ ਨੀਲ ਪਚਾਈ। ਉਹ ਅਵਤਾਰ ਸਰੂਪ ਮੈਨੂੰ ਫੇਰ ਬਣਾ ਕੇ ਦੱਸੋ। ਭਗਵਾਨ ਕਹਿੰਦੇ ਤੂੰ ਥਿਰ ਨਹੀਂ ਰਹਿ ਸਕਣਾ। ਨਹੀਂ ਜੀ ਰਹਾਂਗਾ। ਜਦੋਂ ਉਹ ਸਰੂਪ ਬਣਾਇਆ ਸੀ ਤੇ ਫਿਰ ਕਾਮਾਤੁਰ ਹੋ ਕੇ ਮਗਰ ਭੱਜ ਪਿਆ। ਤੇ ਫਿਰ ਜਿੱਥੇ ਜਿੱਥੇ ਵੀਰ ਬਲ ਛੁੱਟਿਆ, ਗੋਹੇ ਦੀ ਜਗ੍ਹਾ ਤੋਂ, ਗੋਹੇ ਤੋਂ ਗੋਰਖ ਪੈਦਾ ਹੋਇਆ। ਮੱਛੀ ਦੇ ਮੂੰਹ ਵਿੱਚ ਪਿਆ ਤੇ ਮਛਿੰਦਰ ਪੈਦਾ ਹੋਇਆ। ਖੂਹ ਵਿੱਚ ਡਿੱਗਿਆ ਤੇ ਪਾਰੇ ਦੇ ਰੂਪ ਵਿੱਚ ਨਾਰਦ ਨੇ ਨੜੇ 'ਚ ਪਾ ਲਿਆ, ਤੇ ਅੰਜਨੀ ਦੇ ਹਨੂਮਾਨ ਪੈਦਾ ਹੋਇਆ। ਇਹਨਾਂ ਦਾ ਵਿਸਥਾਰ ਕਰੀਏ ਤਾਂ ਸਮਾਂ ਬਹੁਤਾ ਲੱਗਦਾ ਹੈ ਕਿ ਸੱਚ ਲਿਖਿਆ ਕਿ ਭਗਤ ਜੀ ਨੇ ਗਲਤ ਲਿਖਿਆ ਹੈ। ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਵੱਡਿਆਂ ਵੱਡਿਆਂ ਨੂੰ ਜੜ ਜਾਂ ਚੇਤਨ ਮਾਇਆ ਨਹੀਂ ਛੱਡਦੀ, ਮੂਧੇ ਮੂੰਹ ਸੁੱਟ ਦਿੰਦੀ ਹੈ। ਇਹ ਖੁਲਾਸੇ ਗੁਰਬਾਣੀ ਤੋਂ ਬਿਨਾਂ ਕਿਵੇਂ ਖੁੱਲ੍ਹਣ? ਇਹ ਹਾਲਾਤ ਹੋਈ ਸੀ। ਬ੍ਰਹਮਾ ਦੀ ਡਿਊਟੀ ਹੈ ਸ੍ਰਿਸ਼ਟੀ 'ਚ ਪੈਦਾ ਕਰਨ ਵਾਲੀ, ਬਣਾਉਣ ਵਾਲੀ। ਜਾਂਚੇ ਦੁਆਰੇ ਬ੍ਰਹਮਾ ਚਤੁਰਮੁਖ ਡਾਵੜਾ, ਜਨ ਵਿਸ਼ਵ ਸੰਸਾਰ ਆਚੀ ਲੈ।
ਦੌਲ ਦੌਲ ਕੇ ਬਣਾ ਬਣਾ ਕੇ ਸਰੀਰਾਂ ਨੂੰ ਰੱਖੀ ਜਾਣਾ ਡਿਊਟੀ ਹੈ। ਕਥਾ ਕਰ ਰਿਹਾ ਵੇਦ ਉਚਾਰੇ ਨੇ ਤੇ ਵੇਖਿਆ ਵੀ ਮੇਰੀ ਬਣਾਈ ਸ੍ਰਿਸ਼ਟੀ ਵਿੱਚ ਕੋਈ ਤਾਂ ਭਾਵ 16 ਅਵਭਾਵ ਕਲਾ ਵਾਲਾ ਸ਼ਿੰਗਾਰਾਂ ਵਾਲਾ 32 ਲੱਖਣਾਂ ਵਾਲਾ ਕੋਈ ਹੈ। ਇਹਦੀ ਪੁੱਤਰੀ ਬੈਠੀ ਸੀ, ਉਸ 'ਤੇ ਨਿਗਾਹ ਪੈ ਗਈ, ਉਹਦੇ ਵੱਲ ਵੇਖੀ ਜਾਂਦਾ ਹੈ। ਪਿਤਾ ਦੀ ਨਿਗਾਹ ਬਦਲੀ, ਵੇਖ ਕੇ ਪਿਛਲੇ ਪਾਸੇ ਚਲੀ ਗਈ, ਉੱਧਰ ਸਿਰ ਹੋਰ ਬਣਾ ਲਿਆ, ਦੂਜੇ ਪਾਸੇ ਤੀਜੇ ਪਾਸੇ ਹੋਰ ਬਣਾ ਲਿਆ, ਆਕਾਸ਼ ਨੂੰ ਉੱਡੀ ਤੇ ਹੋਰ ਪੰਜਵਾਂ ਬਣਾ ਲਿਆ। ਸ਼ਿਵ ਜੀ ਬੈਠੇ ਸੀ ਸਭਾ 'ਚ, ਉਹਨਾਂ ਨੂੰ ਗੁੱਸਾ ਆ ਗਿਆ, ਤਰਸੂਲ ਮਾਰ ਕੇ ਸਿਰ ਕੱਟ ਦਿੱਤਾ। ਉਹ ਕਪਾਲੀ ਸਿਰ ਨੂੰ ਕਹਿੰਦੇ ਆ, ਹੱਥ ਨਾਲ ਜੁੜ ਗਈ। ਇਸ ਪ੍ਰਕਾਰ ਅਨਕ ਤੀਰਥ ਭਰਮਤਾ ਲਹੇ ਨਾ ਪਾਰੜੀ ਦੀਆਂ ਪੰਕਤੀਆਂ ਭਗਤ ਜੀ ਨੇ ਕਥਨ ਕੀਤੀਆਂ। ਇਸ ਪ੍ਰਕਾਰ ਲੋਕਾਂ ਨੂੰ ਸਮਝਾਉਣ ਵਾਲਾ, ਇਸ ਪ੍ਰਕਾਰ ਚਾਰੇ ਵੇਦ ਵਿਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਵਦਾ ਦੇਖ ਸੁਰਸਤੀ ਰੂਪ ਲੁਭਾਣਾ। ਇਸ ਤਰ੍ਹਾਂ ਉਸ ਬ੍ਰਹਮਾ ਨੂੰ ਇਸ ਮਾਇਆ ਨੇ ਛੜਿਆ ਸੀ। ਤੇ ਅਨਕ ਪਾਤ ਕਹਰਤਾ ਤ੍ਰਿਭਵਨ ਨਾਥਰੀ, ਤੀਰਥ ਤੀਰਥ ਭਰਮਤਾ ਲਹੇ ਨਾ ਪਾਰੜੀ। ਫਿਰ ਤੀਰਥਾਂ ਦੇ ਭਰਮ ਦਾ ਫਿਰਦਾ ਕਪਾਲੀ ਸ਼ਿਵਾ ਦੇ ਹੱਥ ਨੂੰ ਜੁੜ ਗਈ ਹੈ, ਉਹ ਲੈਂਦੀ ਨਹੀਂ। ਜਗਾਦਰੀ ਤੋਂ ਪਰੇ 18 ਕਿਲੋਮੀਟਰ 'ਤੇ ਕਪਾਲ ਮੋਚਨ ਤੀਰਥ ਹੈ। ਕਪਾਲੀ ਮੋਚਨ ਕੱਟੀ ਗਈ ਹੱਥ ਨਾਲੋਂ, ਉੱਥੇ ਰਣ ਮੋਚਨ ਵੀ ਹੈ। ਪਾਂਡਵਾਂ ਸ਼ਸਤਰ ਧੋਤੇ ਸੀ ਤੇ ਫਿਰ 10ਵੇਂ ਪਾਤਸ਼ਾਹ ਵੀ ਧੋਤੇ ਸੀ। 2 ਤੀਰਥ ਇਕੱਠੇ ਨੇ, ਉੱਥੇ ਜਾ ਕੇ ਕਪਾਲੀ ਲੱਥੀ ਸੀ। ਇੱਕ ਇੱਕ ਪੰਕਤੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਤੇ ਲੰਬੇ ਲੰਬੇ ਪ੍ਰਸੰਗ ਇਹਨਾਂ ਦੇ ਮਗਰ ਲੁਕੇ ਹੋਏ ਨੇ, ਜਿਨ੍ਹਾਂ ਦਾ ਖੁਲਾਸਾ ਖੁੱਲ੍ਹ ਤੇ ਵਿਚਾਰਨ ਵਾਸਤੇ ਆਪਾਂ ਨੂੰ ਸਮਾਂ ਮਿਲਿਆ ਹੈ। ਤੇ ਗੁਰਮੁਖੋ ਇੱਕ ਜਲੰਧਰ ਦੈਂਤ ਹੋਇਆ, ਜਿਹਦੇ ਨਾਂ 'ਤੇ ਜਲੰਧਰ ਸ਼ਹਿਰ ਵਸਦਾ ਹੈ। ਉਹਦੀ ਘਰ ਵਾਲੀ ਪਤਨੀ ਦਾ ਨਾਮ ਬਰਿੰਦਾ ਹੈ, ਸਤਵੰਤੀ ਹੈ, ਮਨ ਬਾਣੀ ਸਰੀਰ ਕਰਕੇ ਪਤੀ ਪ੍ਰਾਇਣ ਹੈ। ਉਹ ਇੰਨਾ ਬਲੀ ਸੀ, ਬ੍ਰਹਮਾ ਵਿਸ਼ਨੂੰ ਸ਼ਿਵਜੀ ਪਾਸੋਂ ਵੀ ਨਹੀਂ ਸੀ ਛੜਿਆ ਜਾਂਦਾ। ਪਤਾ ਲੱਗਾ ਕਾਰਨ, ਕਹਿੰਦੀ ਇਹਦੀ ਪਤਨੀ ਕਾਰਨ ਹੈ, ਸਤਵੰਤੀ ਹੈ, ਬੰਦਗੀ ਸਿਮਰਨ ਵਾਲੀ ਹੈ। ਫਿਰ ਜਲੰਧਰ ਦੈਨ ਦਾ ਰੂਪ ਧਾਰ ਕੇ ਤੇ ਧੋਖੇ ਨਾਲ ਉਹਦਾ ਸਤ ਭੰਗ ਕੀਤਾ। ਉਹਨੂੰ ਪਤਾ ਲੱਗਾ, ਉਹਨੇ ਸਰਾਪ ਦਿੱਤਾ, ਜਾ ਗੰਡਕਾ ਨਦੀ ਦਾ ਪੱਥਰ ਬਣ, ਕਹਿੰਦਾ ਉਸ ਪੱਥਰ ਦੀ ਵੀ ਮੇਰੀ ਤੇ ਪੂਜਾ ਹੋਵੇਗੀ ਤੇ ਤੂੰ ਤੁਲਸੀ ਬਣ, ਤੇਰੇ ਨਾਲ ਹੀ ਕਰਨਗੇ। ਇਹੋ ਜਿਹੀ ਹਾਲਾਤ ਪਿਛਲੇ ਸਮਿਆਂ 'ਚ ਹੁੰਦੀ ਆਈ ਹੈ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਾ ਖਾਇਆ। ਦੰਦਾਂ ਤੋਂ ਬਿਨਾਂ ਹੀ ਸਭ ਲੋਕ ਮੁੱਖ ਨਾਲ ਤੇ ਦੰਦਾਂ ਨਾਲ ਖਾਂਦੇ ਹੈ। ਦੰਦਾਂ ਤੋਂ ਬਿਨਾਂ ਤੇ ਮੁੱਖ ਤੋਂ ਬਿਨਾਂ ਇਹ ਜੀਵਨ ਨੂੰ ਖਾਈ ਜਾਂਦੀ ਹੈ, ਬੜੇ ਮਾੜੇ ਪਾਸੇ ਨੂੰ ਤੋਰੀ ਜਾਂਦੀ ਹੈ। ਪਰ ਭਗਤ ਨਾ ਵਿਆਪੇ ਮਾਇਆ, ਜਿਨ੍ਹਾਂ ਨੇ ਭਗਤੀ ਕੀਤੀ ਹੈ, ਬੰਦਗੀ ਕੀਤੀ ਹੈ, ਉਹ ਇਹ ਤੋਂ ਬਚ ਸਕਦੇ, ਦੂਜੇ ਨਹੀਂ। ਮਹਾਤਮਾ ਸੰਤ ਅਤਰ ਸਿੰਘ ਜੀ ਸੋ ਬਿਰਾਜਮਾਨ ਸਨ ਤੇ ਕਿਸੇ ਸ਼ੇਠ ਨੇ ਲਿਆ ਕੇ ਲੱਖ ਰੁਪਈਆ ਅੱਗੇ ਰੱਖਿਆ। ਉਹਨਾਂ ਸਮਿਆਂ ਦਾ ਬੜਾ ਕੀਮਤੀ ਸੀ। ਮਹਾਂਪੁਰਖ ਕਹਿੰਦੇ ਅਸੀਂ ਕੀ ਕਰਨੇ ਆ, ਜਾ ਕਿਤੇ ਲੋੜਵੰਦ ਨੂੰ ਦੇ ਕਿਤੇ ਆਪ ਖਰਚ। ਹੰਕਾਰ ਨਾਲ ਕਹਿਣ ਲੱਗਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨ ਸੁਣੀ ਬਹੁ ਰੋਲ ਘਚੋਲਾ। ਮਹਾਂਪੁਰਖੋ ਏਡਾ ਦਾਨੀ ਤੁਹਾਨੂੰ ਫਿਰ ਨਹੀਂ ਜੇ ਮਿਲਣਾ, ਕਹਿੰਦੇ ਏਡਾ ਤਿਆਗੀ ਵੀ ਤੁਹਾਨੂੰ ਫਿਰ ਨਹੀਂ ਹੋ ਮਿਲਣਾ। ਸੋ ਉੱਪਰ ਕੰਬੜੀ ਬੜੀ ਕੀਮਤੀ ਸੀ। ਦੇਵਪੁਰੀ ਮਹਾਤਮਾ ਆਇਆ, ਫੁਰਨੇ 'ਚ ਆ ਗਿਆ ਕਿ ਇਹ ਕੰਬੜੀ ਮੈਨੂੰ ਮਿਲ ਜਾਏ। ਕੋਲ ਬਹਿ ਗਿਆ, ਰਸਨਾ ਤੋਂ ਨਹੀਂ ਕਿਹਾ, ਕੋਲ ਬਹਿ ਗਿਆ। ਪੁੱਛਣ ਲੱਗਾ, ਤੁਸੀਂ ਮਾਇਆ ਤੋਂ ਰਹਿਤ ਕਿਵੇਂ ਰਹਿੰਦੇ ਹੋ? ਆਪਣੇ ਤੋਂ ਕੰਬਲੀ ਲਾ ਕੇ ਉਹਦੇ 'ਤੇ ਸੁੱਟ ਦਿੱਤੀ। ਕਹਿੰਦੇ ਇਸ ਤਰ੍ਹਾਂ ਤੁਸੀਂ ਰਹਿਣ ਦਿਓ ਜੀ, ਤੁਹਾਨੂੰ ਚੰਗੀ ਲੱਗਦੀ ਹੈ। ਆਉਂਦਿਆਂ ਤੇਰਾ ਫੁਰਨਾ ਸੀ, ਮੈਨੂੰ ਮਿਲ ਜਾਏ। ਸੰਤ ਭਗਤਾਂ ਤੋਂ ਉੱਤੇ ਕੌਣ ਹੋ ਸਕਦਾ? ਭਾਗਤ ਦੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ। ਪ੍ਰਵਾਨ ਗਣੀ ਸਈਏ ਆਏ, ਸਫਲ ਤਨਾ ਕੇ ਕਾਮਾ। ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ, ਭਗਤਾਂ ਬਣੇ ਆਈ ਪ੍ਰਭ ਆਪਣੇ ਸਿਓ, ਜਲ ਥਲ ਮਹੀ ਅਲਸੋਈ। ਕੋਟ ਬਰਾਦੀ ਸੰਤ ਸੰਗ ਉਦਰੇ, ਜਮ ਤਾਂ ਕੇ ਨੇੜ ਨਾ ਆਵੈ। ਜਨਮ ਜਨਮ ਕਾ ਵਿਛੜਿਆ ਹੋਵੇ, ਤਿਨ ਹਰ ਸਿਓ ਆਣ ਮਿਲਾਵੇ। ਮਹਾਰਾਜ ਸਾਹਿਬ ਦੇ ਪਿਆਰੇ ਰੱਬ ਵਰਗੇ ਬਣ ਜਾਂਦੇ ਨੇ। ਭਗਤ ਨਾਮਦੇਵ ਦੇ ਵੇਲੇ ਇੱਕ ਰੰਕਾ ਤੇ ਬੰਕਾ, 2 ਮਹਾਤਮਾ ਬੰਦਗੀ ਵਾਲੇ ਹੋਏ ਨੇ। ਬੜੇ ਤਿਆਗੀ ਹੈ ਤੇ ਗਰੀਬੀ ਵੀ ਬਹੁਤ ਹੈ। ਜੇ ਪਦਾਰਥ ਕੋਈ ਭਗਵਾਨ ਦਿੰਦਾ ਹੈ ਤੇ ਰੋਣ ਲੱਗ ਜਾਂਦੇ, ਅਸੀਂ ਕੀ ਕਰਨੀ ਹੈ, ਤੁਸੀਂ ਸਾਨੂੰ ਕਿਉਂ ਦਿੱਤੇ ਹੈ। ਇਸ ਪ੍ਰਕਾਰ ਪਰਖਣ ਲਈ ਕਿਸੇ ਦੇ ਕਹਿਣ ਤੋਂ ਦੋਵੇਂ ਭਰਾ ਆ ਰਹੇ ਸੀ ਤੇ ਖੁਰਜੀ ਮਾਇਆ ਦੀ ਪਈ ਹੋਈ ਹੈ।
ਵੇਖ ਕੇ ਤੇ ਰੋਣ ਲੱਗੇ। ਸਰਪਣੀ ਸਰਪਣੀ ਕਰਦੇ ਹੋਏ ਬਚ ਕੇ ਅੱਖਾਂ ਮੀਟ ਕੇ ਲੰਘ ਆਏ। ਅੱਗੇ ਅੱਡਾ ਸੀ, ਆ ਕੇ ਬਚਨ ਕਰ ਦਿੱਤਾ ਕਿ ਬੜੀ ਜ਼ਹਿਰੀਲੀ ਸਰਪਣੀ ਅਸੀਂ ਰਾਹ ਵਿੱਚ ਵੇਖੀ, ਅਸੀਂ ਤੇ ਬਚ ਕੇ ਆ ਗਏ ਹਾਂ, ਪਰ ਉਹਨੇ ਮਾਰ ਲੈਣੇ 2-4। ਨੌਜਵਾਨ ਕਹਿੰਦੇ ਬਾਬਿਓ ਮਹਾਤਮਾ ਅਸੀਂ ਕਈ ਮਾਰ ਦਿੱਤੀਆਂ, ਇਹ ਕਿਹੜੀ ਗੱਲ ਹੈ, ਅਸੀਂ ਹੁਣੇ ਖਬਰ ਲੈਂਦੇ ਹਾਂ। ਉਹ ਤਿਆਰੀ ਕਰਕੇ ਗਏ ਤੇ ਜਾਂਦਿਆਂ ਨੂੰ ਕੀ ਸਾਖੀ ਗੁਜ਼ਰੀ। 4 ਰਾਹ ਮਾਰ ਡਾਕੂ ਉੱਥੇ ਆ ਗਏ। ਵੇਖਦੀ ਖੁਰਜੀ ਮਾਇਆ ਦੀ, ਬੜੇ ਖੁਸ਼ ਹੋਏ। ਅੱਜ ਬੰਦੇ ਨਹੀਂ ਮਾਰਨੇ ਪਏ, ਅੱਜ ਚੋਰੀ ਨਹੀਂ ਕਰਨੀ ਪਈ, ਉਤਰਾ ਹੀ ਮਿਲ ਗਈ ਹੈ। ਕਹਿੰਦੇ ਫਿਰ ਕੁਝ ਛਾਕ ਛਕਾ ਲਈਏ, ਲੋੜ ਲੱਗੀ ਹੈ, ਸਾਰੀ ਰਾਤ ਫਿਰਦੇ ਰਹੇ ਹੈ। ਕੁਝ ਮਾਇਆ ਵਿੱਚੋਂ ਲੈ ਲਈ ਹੈ ਤੇ 2 ਜਾਣੇ ਰਾਖੀ ਬਹਿ ਗਏ ਤੇ 2 ਜਾਣੇ ਕੁਝ ਲੈਣ ਚਲੇ ਗਏ। ਕੁਝ ਮਠਿਆਈ ਵਗੈਰਾ ਲੈ ਲਈ ਤੇ ਕੁਝ ਵਿੱਚ ਜ਼ਹਿਰ ਪਵਾ ਲਈ ਕਿ ਮਾਇਆ 4 ਥਾਈਂ ਕਿਉਂ ਵੰਡਣੀ ਹੈ, ਅਸੀਂ ਉਹਨਾਂ ਨੂੰ ਜ਼ਹਿਰ ਖਵਾ ਕੇ ਮਾਰ ਦੇਵਾਂਗੇ ਤੇ 2 ਥਾਈਂ ਵੰਡਾਂਗੇ। ਜਿਹੜੇ ਰਾਖੇ ਬੈਠੇ ਸੀ ਚਿੱਤ ਉਹਨਾਂ ਦਾ ਵੀ ਭਰਮ ਗਿਆ ਕਿ ਜਦੋਂ ਆਉਂਦਿਆਂ ਨੂੰ ਮਾਰ ਦਈਏ ਆਪਾਂ 2 ਥਾਈਂ ਵੰਡਾਂਗੇ। ਇਹ ਹਾਲਾਤ ਬਣੀ। ਜ਼ਹਿਰ ਵਾਲੀ ਮਠਿਆਈ ਲਿਆ ਕੇ ਰੱਖੀ ਹੈ, ਉਹਨਾਂ ਰੱਖਦਿਆਂ ਦੇ ਸਿਰ ਵੜ ਦਿੱਤੇ ਤੇ ਜ਼ਹਿਰ ਵਾਲੀ ਮਠਿਆਈ ਖਾਧੀ ਤੇ ਆਪ ਵੀ ਮਰ ਗਏ। ਰੰਕਾ ਦੇ ਬੰਕਾ ਦੇ ਨਾਲ ਹੋਰ ਨੌਜਵਾਨ ਆਏ ਤੇ 4 ਮੌਤਾਂ ਇਹ ਉੱਥੇ ਪਈ ਹੈ। ਐਵੇਂ ਗਲਤ ਨਹੀਂ ਲਿਖਿਆ। ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਜੜ ਜਾਂ ਚੇਤਨ ਮਾਇਆ ਤੋਂ ਨਹੀਂ ਬਚਿਆ ਜਾ ਸਕਦਾ। ਬੱਚਾ ਮਾਂ ਦੇ ਪੇਟ 'ਚ ਹੁੰਦਾ ਤੇ ਕਿੰਨੀਆਂ ਆਸਾਂ ਤੁਰ ਪੈਂਦੀਆਂ ਸ਼ੁਰੂ ਹੋ ਜਾਂਦੀਆਂ। ਜ਼ਿਮੀਂਦਾਰ ਉਦਮ ਕਰਦਾ। ਹੋਰ ਪੰਕਤੀਆਂ ਪ੍ਰਮਾਣ ਇਹ ਸਾਖੀਆਂ ਲੰਬੇਰੀਆਂ ਸਨ। ਮੈਂ ਟੂਕ ਮਾਤਰ ਇਸ਼ਾਰਾ ਕਰਕੇ ਯਤਨ ਕੀਤਾ ਹੈ। ਇਹਨਾਂ ਦੇ ਦਿਵਾਲੇ ਨਾ ਬਹੁਤਾ ਘੁੰਮਦੇ ਫਿਰੀਏ। ਅੱਜ ਦਾ ਸਲੋਕ ਨਿਸ ਦਿਨ ਨਿਸ ਰਾਤਾਂ ਤੇ ਦਿਨ 365 ਸਾਲ ਦੇ ਮਾਇਆ ਕਾਰਨ, ਮਾਇਆ ਦੀ ਪ੍ਰਾਪਤੀ ਦੇ ਕਾਰਨ ਨੂੰ ਮੁੱਖ ਰੱਖ ਕੇ ਜੀਵ ਕੁਝ ਯਤਨ ਕਰਦਾ, ਕੁਝ ਸ੍ਰਿਸ਼ਟੀ ਚਲਾਉਣ ਲਈ ਪਰਮੇਸ਼ਰ ਨੇ ਬਣਾਈ ਹੈ। ਨਹੀਂ ਤੇ ਪੱਥਰ ਦੀ ਤਰ੍ਹਾਂ ਜੜ ਹੋ ਕੇ ਸਾਰੇ ਬਹਿ ਜਾਣ। ਔਰ ਗੁਰਮੁਖੋ ਪਰਮੇਸ਼ਰ ਦੇ ਨਾਮ ਤੋਂ ਉੱਤੇ ਕੋਈ ਵਸਤੂ ਦੁਨੀਆ ਦੀ ਨਹੀਂ। ਅਵਜੀਵਕਾ ਚਲਾਉਣ ਲਈ ਸਭ ਕੁਝ ਕਰਨਾ ਹੀ ਚਾਹੀਦਾ ਹੈ। ਇਸ ਪ੍ਰਕਾਰ ਹਾਥ ਪਾਉ ਕਰ ਕੰਮ ਸਭ ਚੇਤ ਨਿਰੰਜਨ ਨਾਲ। ਸੁਧ ਸਰੂਪ ਨਿਰੰਜਨ ਸੁਧ ਸਰੂਪ ਨੂੰ ਕਹਿੰਦੇ। ਅੰਜਨ ਮਾਇਆ ਤੋਂ ਰਹਿਤ, ਕਾਲਕ ਤੋਂ ਰਹਿਤ, ਉਸ ਨਾਲ ਜੁੜਨਾ ਚਾਹੀਦਾ ਹੈ। ਪ੍ਰਾਣੀ ਦੌਲਤ ਨੀਤ ਡੋਲਦਾ ਫਿਰਦਾ ਪਾਰੇ ਦੀ ਤਰ੍ਹਾਂ, ਕੂਕਰ ਦੀ ਤਰ੍ਹਾਂ ਦੁਆਰੇ ਦੁਆਰ ਸਵਾਨ ਜਿਉਂ ਡੋਲਤ। ਨਹਿ ਸੁਧ ਰਾਮ ਭਜਨ ਕੀ। ਜਿਹੜੀ ਬਹੁਤੀ ਕੀਮਤੀ ਵਸਤੂ ਹੈ ਪਰਮੇਸ਼ਰ ਦਾ ਨਾਮ ਹੈ, ਉਹਦੀ ਖਬਰ ਨਹੀਂ, ਉਹਦੀ ਸੁਧ ਨਹੀਂ। ਇਹ ਹਾਲਾਤ ਬਣੀ ਹੋਈ ਹੈ। ਹੰਸ ਉੱਡਿਓ ਤਨ ਗਾਡਿਓ ਸੁਜਾਈ ਸੈਨਾਹਾ। ਅਜਹੁ ਜੀਉ ਨ ਛੋਡੇ ਰੰਕਾਈ ਨੈਨਾਹ। ਹੰਸ ਜੀਵ ਆਤਮਾ ਸਰੀਰ ਨੂੰ ਛੱਡਣ ਵਾਲੀ ਹੈ। ਕਦੇ ਬੇਹੋਸ਼ੀ ਹੋ ਜਾਂਦੀ ਹੈ, ਕਦੇ ਹੋਸ਼ ਆ ਜਾਂਦੀ ਹੈ ਤੇ ਬੋਲਿਆ ਜਾਂਦਾ ਨਹੀਂ। ਸੁਝਾਈ ਸਮਝਾਉਂਦਾ ਹੈ। ਸੈਨਾਹਾ ਸੈਨਤਾ ਕਰ ਕਰਕੇ, ਆਹ ਕੰਮ ਕਰ ਲਿਓ, ਆਹ ਪਲਾਟ ਲੈ ਲਿਓ, ਆਹ ਜ਼ਮੀਨ ਲੈ ਲਿਓ, ਆਹ ਦੁਕਾਨ ਖਰੀਦ ਲਿਓ, ਮੈਥੋਂ ਬੋਲਿਆ ਨਹੀਂ ਜਾਂਦਾ, ਮੈਂ ਖਰਿਆ ਬਚਾਂਗੇ ਨਾ। ਇੰਨੀ ਮਮਤਾ ਹੈ ਇਸ ਦੀ। ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਬਚ ਨਹੀਂ ਸਕਦਾ, ਨਾਮੁਮਕਿਨ ਹੈ। ਇਸ ਪ੍ਰਕਾਰ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ। ਕਰੋੜਾਂ 'ਚੋਂ ਕੋਈ ਵਿਰਲਾ ਹੀ ਹੋਵੇਗਾ। ਨਰਾਂ 'ਚ ਆਇਣ ਜੀ ਦਾ ਘਰ ਹੈ, ਸਾਰੀ ਥਾਈਂ ਆਇਆ ਹੋਇਆ ਹੈ। ਅੰਤ ਕਾਲ ਅਜਾ ਮਲ ਕੋ ਨਾਰਾਇਣ ਸੁਧ ਆਈ। ਜੰਗਤ ਕੋ ਜੋਗੀ ਸਰਬਾਛਤ ਸ਼ੋਗਤ ਛਿਨ ਮੈਂ ਪਾਈ। ਰਾਮ ਰਾਮ ਕਹਿੰਦਿਆਂ ਘਨਕਾ ਤਰ ਗਈ ਸੀ, ਅਜਾਮਲ ਤਰ ਗਿਆ ਸੀ, ਹੋਰ ਵੀ ਕਈ ਤਰ ਗਏ ਨੇ। ਬੜੀ ਪ੍ਰਬਲ ਸ਼ਕਤੀ ਹੈ ਪਰਮੇਸ਼ਰ ਦਾ ਨਾਮ। ਜਿੰਨਾ ਵੀ ਵੱਧ ਤੋਂ ਵੱਧ ਲਿਆ ਜਾਵੇ, ਇਕੱਤਰ ਕੀਤਾ ਜਾਵੇ। ਇਸ ਪ੍ਰਕਾਰ ਆਪ ਜੀ ਕਹਿੰਦੇ ਨੇ ਕੋਟਨ ਮੈਂ ਕਰੋੜਾਂ 'ਚੋਂ ਕੋਈ ਵਿਰਲਾ ਵਿਰਲਾ ਹੀ ਹੋਵੇਗਾ ਜਿਹੜਾ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਬੈਖਰੀ ਮਧਮਾ ਪਰਾ ਬਸੰਤੀ ਸਦੇਵੀ ਪਰਮੇਸ਼ਰ ਨੂੰ ਚੇਤੇ ਰੱਖਦਾ ਹੈ, ਯਾਦ ਰੱਖਦਾ ਹੈ। ਪੂੰਜਾਂ ਦੀ ਤਰ੍ਹਾਂ ਕਛੂ ਕਮੀ ਦੀ ਤਰ੍ਹਾਂ ਪ੍ਰਮਾਣ ਅੱਗੇ ਦੇ ਚੁੱਕੇ ਹਾਂ। ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸਹਿ ਨੀਤ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਪਾਣੀ ਖੜਾ ਹੋਵੇ ਸ਼ਾਂਤ ਤੇ ਆਕਾਸ਼ ਤੋਂ ਕਿਤੇ ਬੂੰਦ ਪੈ ਜੇ ਬਾਰਿਸ਼ ਦੀ ਤੇ ਪਾਣੀ ਦੇ ਵਿੱਚ ਹਵਾ ਭਰ ਜਾਂਦੀ ਹੈ ਤੇ ਬੁੱਧ ਬੁਧਾ ਬਣ ਜਾਂਦਾ ਹੈ।
ਤੇ ਦੂਜੀ ਬੂੰਦ ਪਈ ਤੇ ਖਤਮ ਹੋ ਗਿਆ। ਸਾਰੇ ਜਗਤ ਦੀ ਰਚਨਾ ਇਸ ਤਰ੍ਹਾਂ ਰਚੀ ਹੋਈ ਹੈ। ਸਾਡੇ ਵਾਸਤੇ ਤਾਂ ਅਰਬ ਖਰਬ ਸਾਲ ਲੰਘ ਗਏ ਤੇ ਪਰਮੇਸ਼ਰ ਮਾਲਕ ਵਾਸਤੇ ਬਣਾ ਲਿਆ ਤੇ ਢਾ ਲਿਆ। ਇੰਨਾ ਕੀ ਫਰਕ ਹੈ, ਬਹੁਤਾ ਨਹੀਂ। ਜਲ ਤੇ ਬੁੱਧ ਬੁੱਧਾ ਅਸੀਂ ਇਸ ਪ੍ਰਕਾਰ ਦੇ ਫੇਨ ਝੱਗ ਪੈਦਾ ਹੋ ਜਾਂਦੀ ਹੈ, ਪਾਣੀ ਦਾ ਰੂਪ ਹੁੰਦੀ ਹੈ। ਇਹ ਸਭ ਕੁਛ ਇਸ ਤਰ੍ਹਾਂ ਹੀ ਹੈ। ਜਲ ਤੇ ਬੁੱਧ ਉਪਜੇ ਬਿਨਸੇ, ਉਪਜਦਾ ਪੈਦਾ ਹੁੰਦਾ ਤੇ ਬਿਨਸਦਾ ਰਹਿੰਦਾ ਨਿਤਾ ਪ੍ਰਤੀ। ਜਗ ਦੀ ਰਚਨਾ, ਜਗ ਦੀ ਰਚਨਾ, ਜਗ ਦੇ ਅਰਥ ਨੇ ਜੈ ਪੈਦਾ ਹੋਣਾ ਤੇ ਗਤ ਨਾਸ ਹੋਣਾ। ਸੋ ਜੰਮਦਾ ਤੇ ਮਰਦਾ ਰਹੇ ਦੁਨੀਆ ਦੋ ਨੀਆਂ, ਜੰਮ ਕੇ ਆਉਣਾ ਤੇ ਮਰ ਕੇ ਜਾਣਾ। ਸੰਸਾਰ ਬਦਲਦਾ ਰਵੇ, ਇਕਸਾਰ ਨਾ ਰਹੇ। ਝਾਤੀ ਮਾਰ ਲਓ, ਬਾਲਕ ਅਵਸਥਾ ਕਿਹੋ ਜਿਹਾ ਸੰਸਾਰ ਸੀ, ਜਵਾਨ ਹੋਇਆ ਕਿਹੋ ਜਿਹਾ, ਹੁਣ ਕਿਹੋ ਜਿਹਾ ਹੈ। ਜਗ ਰਚਨਾ ਤੈਸੇ ਰਚੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਚਨਾਂ ਤੇ ਇਹਨਾਂ ਪੰਕਤੀਆਂ ਦੇ ਅਸਰ ਕਰੋ, ਚਿੱਥੋ ਇਸ ਨੂੰ। ਸੋ ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਸਾਡੇ ਮਿੱਤਰੋ ਭਰਾਵੋ, ਚੰਗੀ ਤਰ੍ਹਾਂ ਸੁਣ ਲਓ ਤੇ ਚੇਤੇ ਵੀ ਰੱਖਿਓ। ਸਾਰਾ ਸੰਸਾਰ ਨਾਸਵਾਨ ਤੇ ਝੂਠਾ, ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਮੰਗੋ ਨਾਮ ਗੋਬਿੰਦ ਸੰਤ ਕਰਨਾ ਪਊ। ਇਸ ਪ੍ਰਕਾਰ ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ। ਘਟ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੇ ਹਾਰ। ਬਹੁ ਵਿਧ ਕਹਿਓ ਪੁਕਾਰ ਪੁਕਾਰ, ਭਜੋ ਗੋਬਿੰਦ ਭੂਲ ਮਤ ਜਾਹੋ। ਮਾਨੁਖ ਜਨਮ ਕਾ ਇਹੀ ਲਾਹੋ, ਕਹੋ ਨਾਨਕ ਬਿਨ ਹਰ ਭਜਨ। ਪਰਤ ਤਾਹੀਂ ਜਮ ਫੰਦ। ਜਮਾਂ ਦੀ ਫਾਹੀ ਪਰਤ ਕੇ ਤੇਰੇ ਗਲ ਵਿੱਚ ਪਵੇਗੀ। ਉਹਨੂੰ ਕੋਈ ਦੁਨੀਆ ਦਾ ਛਡਾ ਨਹੀਂ ਸਕਦਾ। ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਇੱਕ ਜੋ ਸਾਧੂ ਮੋਹਿ ਮਿਲਿਓ, ਤਿਨ ਲੀਆ ਅੰਚਲ ਲਾਏ। ਅੰਚਲ ਨਾਮ ਹੈ ਪੱਲੇ ਦਾ, ਆਪਣੇ ਪੱਲੇ ਨਾਲ ਲਾ ਲਿਆ ਮਹਾਤਮਾ ਨੇ, ਤਾਂ ਅਸੀਂ ਬਚੇ ਹਾਂ। ਇਸ ਪ੍ਰਕਾਰ ਭਗਤਾਂ ਨੇ ਵੀ ਕਿਹਾ ਤੇ ਗੁਰੂ ਸਾਹਿਬ ਵੀ ਕਹਿ ਰਹੇ ਨੇ। ਸੋ ਦੁਨੀਆ ਦੇ ਸਾਰੇ ਜੀਵ ਸੁੱਖ ਚਾਹੁੰਦੇ ਨੇ। ਡਿਗਰੀ ਮਿਲ ਜੂ ਤਾਂ ਸੁੱਖ, ਮਾਇਆ ਮਿਲ ਜੂ ਤਾਂ ਸੁੱਖ, ਪਰਿਵਾਰ ਮਿਲ ਜੂ ਤਾਂ ਸੁੱਖ ਨਹੀਂ। ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਤਨਾਟੇ। ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਇਸ ਪ੍ਰਕਾਰ ਸੁੰਦਰ ਸੇਜ ਅਨੇਕ ਸੁਖ, ਰਸ ਭੋਗਣ ਪੂਰੇ। ਗ੍ਰਹਿ ਸੋਨ ਚੰਦਰ ਸੁਗੰਧ, ਲਾਏ ਮੋਤੀ ਹੀਰੇ। ਮਨ ਇੱਛੇ ਸੁਖ ਮਾਨਦਾ, ਕਿਛ ਨਾਹੀਂ ਵਸੂਰੇ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਅੰਤ ਨੂੰ ਬਿਸ਼ਟਾ ਕੇ ਕਿਰਮ ਬਣਨਾ ਪਊ, ਕੀੜੇ ਬਣਨਾ ਪਊ, ਛੁਟਕਾਰਾ ਨਹੀਂ ਹੋਣਾ। ਇਹ ਸੋਨੇ ਦੀਆਂ ਸੇਜਾਂ ਨਹੀਂ ਬਚਾ ਸਕਦੀਆਂ, ਇਹ ਡਿਗਰੀਆਂ ਤੇ ਕੁਰਸੀਆਂ ਨਹੀਂ ਬਚਾ ਸਕਦੀਆਂ। ਸੁੱਖ ਨੂੰ ਸਾਰੇ ਚਾਹੁੰਦੇ ਜ਼ਰੂਰ ਹੈ, ਪਰ ਇਸ ਤਰ੍ਹਾਂ ਮਿਲਦਾ ਨਹੀਂ। ਸੁੱਖ ਸ਼ਾਂਤੀ ਤੇ ਸੰਤੋਖ ਵਿੱਚ ਹੈ, ਤੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਉਹ ਆਉਣਾ ਨਹੀਂ। ਇਸ ਪ੍ਰਕਾਰ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮਾਂਗੂ ਕਿਛ ਥਿਰ ਨਾ ਰਹਾਈ। ਕੋਈ ਵਸਤੂ ਹੈ ਸਿਰ ਰਹਿਣ ਵਾਲੀ ਤੇ ਕੀ ਹੈ, ਹਰ ਦੀਜੇ ਨਾਮ ਪਿਆਰੀ ਜੀਓ। ਭਗ ਜੀ ਕਿਤੇ ਤੇਰੀ ਪਨਹਿ ਖੁਦਾਏ, ਤੂੰ ਬਖਸ਼ੰਦਗੀ। ਸਿੱਖ ਫਰੀਦੇ ਖੈਰ ਦੀਜੇ ਬੰਦਗੀ। ਹੋਰ ਕੁਛ ਨਹੀਂ ਚਾਹੀਦਾ, ਮੈਂ ਸਭ ਕੁਛ ਛੋੜ। ਪ੍ਰਭ ਤੂੰ ਹੀ ਧਿਆਇਆ, ਕਈ ਵੀ ਜਾਣੇ ਹੈ, ਸੁਣੀ ਵੀ ਜਾਣੇ ਹੈ। ਇਹ ਅਵਸਥਾ ਕਦੋਂ ਬਣੂਗੀ? ਤੇ ਗੁਰੂ ਚਰਨਾਂ 'ਚ ਅਰਦਾਸਾਂ ਹੀ ਕਰੀਏ। ਕੇਸੋ ਕੂਕੀਏ ਨਾ ਸੋਈਏ ਆਸਾਰ। ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਨੇ ਪੁਕਾਰ। ਜੇ ਕਹਿਣਾ ਨਹੀਂ, ਅਰਦਾਸ ਬੇਨਤੀ ਕਰਨੀ ਨਹੀਂ, ਫਿਰ ਕਿੱਥੇ ਪ੍ਰਾਪਤੀ ਹੋਣੀ ਹੈ? ਇਹ 84 ਦਾ ਮਾਲ ਹੀ ਬਣਾਂਗੇ। ਸੋ ਜੋ ਸੁਖ ਕਉ ਚਾਹੇ ਸਦਾ, ਸਰਣ ਰਾਮ ਕੀ ਲੇਹ ਸਰਣ। ਪੈਣਾ ਬੜਾ ਔਖਾ ਹੈ, ਮੇਰਾ ਸਿਰ ਝੁਕਾਇਆ ਸ਼ਰਣੀ ਨਹੀਂ ਪਿਆ ਜਾਂਦਾ। ਜਦੋਂ ਸਦਨੇ ਦੀ ਤਰ੍ਹਾਂ ਕਹਾਂਗੇ, ਮੈਂ ਨਹੀਂ ਕਛ ਹਾਉ ਨਹੀਂ, ਕਛ ਆਹੇ ਨ ਮੋਰਾ। ਅਵਸਰ ਲੱਜਾ ਰਾਖ ਲਿਓ, ਸਦਨਾ ਜਨ ਤੋਰਾ। ਮੇਰੇ ਵਿੱਚ ਕੋਈ ਹੰਗਤਾ ਮਮਤਾ ਨਹੀਂ, ਮੇਰੇ ਸਰੀਰ 'ਚ ਕੋਈ ਬਲ ਨਹੀਂ, ਤੇ ਮੇਰੇ ਛਡਾਉਣ ਵਾਲੇ ਵੀ ਕਿਸੇ ਨਹੀਂ ਆਉਣਾ। ਅਵਸਰ ਸਮੇਂ ਲੱਜਿਆ ਹੈ ਤਾਂ ਤੁਹਾਨੂੰ ਹੈ, ਮੈਂ ਹੁਣ ਤੋਰਾ ਤੁਹਾਡਾ ਹੈ ਮਹਾਰਾਜ ਸਾਹਿਬ। ਸ਼ਰਨ ਪਏ ਸੀ 52 ਉਮਰ ਕੈਦੀ ਰਾਜੇ, ਹਰਗੋਬਿੰਦ ਸਾਹਿਬ ਜੀ ਦੇ ਜਦੋਂ ਮਹਿਪਾਲ ਕੈਦੀ ਸਮਝਾਏ। ਸ਼ਰਨ ਪਰੇ ਸਤਿਗੁਰ ਕੀ ਧਾਏ, ਹਜ਼ੂਰ ਕਰੀਏ ਸਗਲੇ ਛੁੱਟ ਜਾਏ। ਤੋ ਹਮਰੋ ਚਲਵੋ ਬਨ ਆਏ, ਨਹੀਂ ਤਾਂ ਬੈਠੇ ਹਮ ਇਸ ਥਾਨ। ਸਿਮਰੈ ਸ੍ਰੀ ਨਾਨਕ ਭਗਵਾਨ। ਤੇ ਕਵੀ ਜੀ ਕਹਿੰਦੇ ਸੰਤੋਖ ਸਿੰਘ ਜੀ,
ਸੋ ਇਸ ਪ੍ਰਕਾਰ ਜਿਹੜਾ ਗੁਰੂ ਦੀ ਸ਼ਰਣੀ ਪੈ ਜਾਵੇ, ਸੋ ਉਹਦੇ ਤੋਂ ਬਚਾਉਣ ਦੀ ਬੰਦੇ ਦੀ ਕਿਹੜੀ ਗੱਲ ਹੈ। ਜਮ ਦੂਤ ਵੀ ਨਹੀਂ ਨੇੜੇ ਆ ਸਕਦਾ, ਕਹੇ ਸਕਿਆ ਨਰ ਕੀ ਬੰਦਾ, ਜਮ ਫਾਹੀ ਤੇ ਦੇਤ ਨਕੰਦਾ। ਜਮਾਂ ਦੀ ਫਾਹੀ ਵੀ ਨੇੜੇ ਨਹੀਂ ਆ ਸਕਦੀ, ਨਹੀਂ ਤਾਂ ਕੋਈ ਬਚ ਹੀ ਨਹੀਂ ਸਕਦਾ। ਤਾਂ ਭਗਤ ਜੀ ਦੱਸਦੇ ਹਨ ਬਾਣੀ ਵਿੱਚ, ਜਦੋਂ ਚਾਰ ਪਾਪ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਊਠ ਬੈਠ ਠੇਂਗਾ ਕਪਰ ਹੈ, ਤਪ ਕਤ ਮੂੰਡਲ ਕਹੀਏ, ਹਰ ਬਿਨ ਬੈਰ ਬਗਾਨੇ ਹੋਈ ਹੈ। ਬਗਾਨੇ ਬਲਦ ਬਣ ਕੇ ਬਚਣਾ ਵਗਣਾ ਪਊ, ਛਡਾਉਣਾ ਕਿਸੇ ਹੈ ਨਹੀਂ। ਇਸ ਪ੍ਰਕਾਰ ਪਰਮੇਸ਼ਰ ਨੂੰ ਯਾਦ ਕਰਨ ਦਾ, ਚੇਤੇ ਕਰਨ ਦਾ ਹੁਣ ਹੀ ਸਮਾਂ ਹੈ। ਲੈਂਦਾ ਬਾਦ ਦਵਾਏ ਤੂੰ ਮਾਇਆ ਕਰੇ, ਕਰਦਾ ਤੇਰੇ ਸਰੀਰ ਸਮੇਤ ਤੇਰਾ ਕੋਈ ਵੀ ਨਹੀਂ ਦੁਨੀਆ ਤੇ। ਸਜੋ ਸੁਖ ਕਉ ਚਾਹੇ ਸਦਾ, ਫਿਰ ਸ਼ਰਣੀ ਪੈ ਜਾ ਰਾਮ ਰਮੇ ਹੋਏ ਪਰਮੇਸ਼ਰ ਕਰਤੇ ਪੁਰਖ ਦੀ। ਉਹ ਸਾਰੀਆਂ ਬਲਾਵਾਂ ਤੋਂ ਬਚਾ ਲਵੇਗਾ। ਨਹੀਂ ਤੇ ਆਏ ਪਰੇ ਧਰਮ ਰਾਏ ਕੇ ਵਿਚੇ ਧੂਮਾ ਧਾਮ। ਬੜੇ ਬੜੇ ਰਾਜੇ ਮਹਾਰਾਜੇ ਵੀ ਨਹੀਂ ਬਚ ਸਕਦੇ, ਪਰਮੇਸ਼ਰ ਦੇ ਨਾਮ ਜਪਣ ਵਾਲੇ ਬਚ ਸਕਦੇ। ਭਗਤ ਰਵਿਦਾਸ ਜੀ ਵਰਗੇ ਕੁੱਲੀ 'ਚ ਬੈਠੇ ਹੈ, ਜੋੜਾ ਗੰਢਦੇ ਹੈ, ਪੈਸੇ ਮਿਲਦੇ ਥੋੜ੍ਹੇ ਬਹੁਤੇ ਗੁਜ਼ਾਰਾ ਕਰਦੇ ਹੈ, ਤੇ ਭਗਵਾਨ ਸੇਠ ਦਾ ਰੂਪ ਧਾਰ ਕੇ ਆ ਗਿਆ ਤੇ ਪਾਰਸ ਦੇ ਗਿਆ। ਇਹ ਲੋਹੇ ਨੂੰ ਸੁਹਾ ਕੇ ਸੋਨਾ ਬਣਾ ਲਈ। ਭਗਤ ਜੀ ਕਹਿੰਦੇ ਨਹੀਂ ਲੋੜ, ਕੀ ਕਰਨੀ ਅਸਾਂ। ਰੱਖ ਗਿਆ ਕੁੱਲੀ 'ਚ, ਲੈ ਫੇਰ ਸਾਡੇ ਤੋਂ ਬਾਅਦ ਬਣਾ ਲਈ। ਜਦੋਂ ਸਾਲ ਬਾਅਦ ਆਇਆ ਤਾਂ ਉਸੇ ਕੁੱਲੀ 'ਚ ਭਗਤ ਜੀ ਬੈਠੇ, ਤੈਨੂੰ ਪਾਰਸ ਦੇ ਗਿਆ ਸਾਂ, ਜਿੱਥੇ ਰੱਖ ਗਿਆ ਜਾ ਲੈ ਜਾ। ਇਸ ਪ੍ਰਕਾਰ ਇਹੋ ਜਿਹੇ ਪਰਮੇਸ਼ਰ ਦੇ ਨਾਮ ਦੇ ਪਿਆਰੇ ਹੋਏ ਨੇ। ਬੜਾ ਔਖਾ ਹੈ ਸੰਤ ਭਗਤ ਬਣਨਾ, ਬੜਾ ਸੌਖਾ ਹੈ। ਵੱਡਾ ਸਾਰਾ ਚੋਲਾ ਪਾ ਲਓ, ਪੈਸੇ ਦੇ ਕੇ ਚਾਰਕ ਮਰਿਆਦੀ ਕਰਨ ਵਾਲੇ, ਰੌਲਾ ਪਾਉਣ ਵਾਲੇ ਚੇਲੇ ਰੱਖ ਲਓ, ਚੇਲੀਆਂ ਰੱਖ ਲਓ, ਸੰਤ ਬਣ ਗਏ। ਨਹੀਂ, ਬੜਾ ਔਖਾ ਸੰਤ ਭਗਤ ਬਣਨਾ। ਕਿਸੇ ਵਸਤੂ ਦੀ ਦੁਨੀਆ ਦੀ ਲੋੜ ਨਹੀਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਉਹ ਸੰਤ ਭਗਤ ਬਣਦੇ ਨੇ। ਕਹੋ ਨਾਨਕ ਸੁੰਦਰੇ ਮਨਾ, ਦੁਰਲਭ ਮਾਨੁਖ ਦੇਹ। ਮਾਨ ਦਾ ਖੋ ਖਾਧਾ ਹੋਇਆ ਮਨੁੱਖ ਸਰੀਰ ਦੁਰਲਭ ਹੈ, ਕਠਿਨ ਮਿਲਣ ਵਾਲਾ, ਔਖਾ ਮਿਲਣ ਵਾਲਾ। ਬਰੀਆ ਪਰਮੇਸ਼ਰ ਨੂੰ ਮਿਲਣ ਦੀ, ਗੋਬਿੰਦ ਨੂੰ ਮਿਲਣ ਦੀ ਇਹੀ ਵਾਰੀ ਹੈ, ਹੋਰ ਕੋਈ ਨਹੀਂ। ਸੋ ਦੁਰਲਭ ਜਨਮ ਪਾਇਓ ਬਿਰਥਾ ਜਾਤ, ਜਾਂ ਕੌਡੀ ਬਦਲਾਹਾ। ਆਦਿਕ ਪੰਕਤੀਆਂ ਹੋਰ ਵੀ ਨੇ, ਵਿਸਥਾਰਤ ਨਾ ਜਾਵਾਂ, ਕੁਝ ਖਿਆਲ ਅੱਗੇ ਨੂੰ ਜਾਂਦਾ ਵੀ ਤੁਰੇ ਚਲੀਏ। ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ, ਧਾਵ ਹੀ ਭੱਜਾ ਫਿਰਦਾ ਹੈ। ਸਵੇਰ ਤੋਂ ਸ਼ਾਮ ਤੱਕ ਤੇ ਸਾਰੀ ਉਮਰ ਇੱਧਰੋਂ ਪ੍ਰਾਪਤ ਹੋ ਜਾਵੇ, ਇੱਧਰੋਂ ਪ੍ਰਾਪਤ ਹੋ ਜਾਵੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ। ਮੂਰਖ ਮੂੰਹ ਰੱਖਣੀਆਂ ਕਰਨ ਵਾਲਾ, ਤੇ ਲੋਭੀ ਜੰਤ ਨ ਜਾਣੀ, ਭਖ ਆਪਖ ਸਭ ਖਾਈ। ਭਖ ਹੁੰਦਾ ਛਕਣਾ, ਆਪਖ ਹੁੰਦਾ ਨਾ ਛਕਣਾ। ਲੋਭੀ ਪੁਰਖ ਨਾ ਛਕਣ ਵਾਲੀਆਂ ਵਸਤੂਆਂ ਨੂੰ ਵੀ ਛਕੀ ਜਾਂਦਾ ਹੈ। ਤੇ ਇਹ ਮੂੰਹ ਹੀ ਅੱਗੇ ਰੱਖਿਆ ਛਕਣ ਛਕਾਉਣ ਨੂੰ, ਤੇ ਬੋਲਣ ਨੂੰ ਵੀ ਮੂੰਹ ਹੀ ਅੱਗੇ ਰੱਖਿਆ ਹੈ। ਗੱਲ ਨੂੰ ਚਿੱਥਣਾ ਨਹੀਂ, ਵਿਚਾਰਨਾ ਨਹੀਂ, ਐਵੇਂ ਬੋਲੀ ਜਾਣਾ, ਅਨਰਥ ਬੋਲੀ ਜਾਣਾ, ਇੱਕ ਪਾਪ ਹੈ। ਸੋ ਇਸ ਪ੍ਰਕਾਰ ਆਪ ਜੀ ਕਹਿੰਦੇ ਮੂੰਹ ਮੂਰਖ ਲੋਗ ਅਜਾਣ। ਅਜਾਣ ਬੇਸਮਝ, ਅਸਲ ਮੂਰਖ ਕੌਣ ਹੈ? ਮੂਰਖਾਂ ਸਿਰ ਮੂਰਖ ਹੈ। ਦੁਨੀਆ ਦੇ ਪਦਾਰਥਾਂ ਮਗਰ ਭੱਜਾ ਫਿਰਦਾ ਹੈ। ਕਬੀਰ ਕੰਚਨ ਕੇ ਕੁੰਡਲ ਬਨੇ, ਉਪਰ ਲਾਲ ਜੜਾਓ। ਦਿਸੇ ਦਾਜੇ ਕਾਨ ਦੇ ਕਾਨ ਜਿਉਂ, ਜੈਮ ਨਾਹੀ ਨਾਉ। ਦਾਜੇ ਝੁਰਸੇ ਸੜੇ ਹੋਏ ਕਾਨੇ ਵਰਗਾ ਹੈ। ਕੰਚਨ ਸੋਨੇ ਦੇ ਕੁੰਡਲ ਭਾਵੇਂ ਕੰਨਾਂ 'ਚ ਪਾਏ ਹੋਏ ਨੇ। ਇਸ ਪ੍ਰਕਾਰ ਜਿੰਨਾ ਮਰਜ਼ੀ ਪਦਾਰਥ ਹੋਣ ਵੇਖ ਕੇ ਭੁੱਲ ਨਾ ਜਾਵੋ। ਕਹੋ ਨਾਨਕ ਬਿਨ ਹਰ ਭਜਨ, ਬਿਰਥਾ ਜਨਮ ਸਿਰਾਨ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਕਹੋ ਕਹਿੰਦੇ ਨੇ ਕੌਣ? ਗੁਰੂ ਨਾਨਕ ਪਾਤਸ਼ਾਹ। ਮੈਂ ਨਹੀਂ ਕਹਿ ਰਿਹਾ, ਅਕਾਲ ਪੁਰਖ ਕਹਿ ਰਿਹਾ। ਬਿਨਾਂ ਹਰੀ ਦੇ ਭਜਨ ਤੋਂ ਸਾਰਾ ਜਨਮ ਤੇਰਾ ਵਿਅਰਥ, ਜਨਮ ਵਿਅਰਥ, ਸਿਰਾਨ ਸਿਰ ਦਾ ਜਾਂਦਾ ਹੈ। ਵਿਅਰਥ ਤੇਰਾ ਸਮਾਂ ਲੰਘਦਾ ਜਾਂਦਾ ਹੱਥੋਂ। ਸੋ ਸਰਫੇ ਸਰਫੇ ਸਦਾ ਸਦਾ ਐਵੇਂ ਗਈ ਵਿਹਾਏ। ਆਖੀ ਕੇਰੇ ਮਾਟ ਕੇ ਪਲ ਪਲ ਗਈ ਵਿਹਾਏ। ਸਮਾਂ ਲੰਘਦਾ ਜਾਂਦਾ, ਪਛਤਾਪ ਕਰਨਾ ਪਊ। ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ। ਜਿਹੜਾ ਪ੍ਰਾਣਾ ਦੇ ਆਸਰੇ ਚੱਲਣ ਵਾਲਾ ਸਰੀਰ, ਨਿਸ ਰਾਤ ਨੂੰ ਵੀ ਰਹਿ ਰਾਸ ਕੀਰਤਨ ਸੋਹਲਾ ਤੇ ਹੋਰ ਬਾਣੀਆਂ ਤੇ ਸਿਮਰਨ।
ਤੇ ਦਿਨ ਨੂੰ ਵੀ ਸਵੇਰੇ ਭਜਨ ਬੰਦਗੀ ਤੇ ਸਿਮਰਨ ਸੰਗਤ ਤੇ ਗੁਰੂ ਬਾਣੀ ਦਾ ਨਿਤਨੇਮ। ਜੋ ਪ੍ਰਾਨੀ ਨਿਸ ਦਿਨ ਦਿਨੇ ਵੀ ਤੇ ਰਾਤ ਵੀ ਭਜੇ, ਭਜਨ ਸਿਮਰਨ ਕਰਦਾ ਰੂਪ ਰਾਮ ਤੇ ਜਾਨ, ਉਹਨੂੰ ਤੇ ਰਾਮ ਦਾ ਰੂਪ ਕਰਕੇ ਜਾਣਨਾ ਕਰੋ। ਉਹ ਰਾਮ ਦਾ ਰੂਪ ਹੀ ਬਣ ਜਾਂਦਾ ਹੈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੀਂ, ਜਲ ਦੇ ਉਪਜ ਰੰਗ ਜਿਉ ਜਲ ਹੀ ਵਿਖੇ ਸਮਾਹੇ। ਦਿਨੇ रात तू तू करता तू हुआ, मुझ में रहा न हूँ। जब आपा पर का मिट गया, जब देखूं तद तू। हर जन हर अंतर नहीं, नानक साची मान। ਹਰੀ ਤੇ ਹਰੀ ਦੇ ਜਨ, ਇਹਨਾਂ ਵਿੱਚ ਅੰਤਰ ਨਹੀਂ ਰਹਿ ਜਾਂਦਾ, ਕੋਈ ਭੇਦ ਫਰਕ ਨਹੀਂ ਰਹਿ ਜਾਂਦਾ। ਇਹ ਸਾਡੀ ਗੱਲ ਨੂੰ ਸੱਚੀ ਕਰਕੇ ਮੰਨੋ। ਸਨ ਟੋਪੀਆਂ, ਸਨ ਕੱਪੜੀ, ਜੁੱਤੇ ਸਣੇ ਖੁਦਾ, ਰੱਬ ਦਾ ਨਾਮ ਸੁਪਨੇ ਵਿੱਚ ਵੀ ਨਹੀਂ। ਉਸ ਤਰ੍ਹਾਂ ਹੀ ਬਣ ਕੇ ਬੈਠੇ ਹੋਏ ਆ ਸੰਤ ਭਗਤ ਰੱਬ ਦਾ ਰੂਪ, ਕਿੱਦਾਂ ਬਣ ਜਾਵੋਗੇ? ਇਸ ਪ੍ਰਕਾਰ ਦੁਨੀਆ ਦੇ ਲੋਕਾਂ ਨੂੰ ਭੁਲੇਖਾ ਪੈ ਜਾਓ, ਪਰ ਉੱਥੇ ਸੱਚੋ ਹੀ ਸੱਚ ਨਿਬੜੇ। ਚੁਣਵਾ ਕੱਢੇ ਜਜ ਮਾਲਿਆ, ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ। ਤਲਬਾਂ ਪੌਸਨ ਆਕੀਆਂ, ਬਾਕੀ ਜਿੰਨਾ ਰਹੀ। ਅਜਰਾਈਲ ਫਰੇਸਤਾ ਹੋਸੀ ਆਹੇ ਤਹੀ। ਪੂਰਨ ਖੁੱਟੇ ਨਾਨਕਾ ਓੜਕ ਸੱਚ ਰਹੀ। ਰਾਮਪੁਰ ਖੇੜੇ ਵਾਲੇ ਮਹਾਤਮਾ ਕਲਗੀਧਰ ਪਿਤਾ ਨੇ ਦਰਸ਼ਨ ਦੇ ਕੇ ਕਿਹਾ ਕਿ ਇਲਾਕੇ 'ਚ ਜਾਣਾ ਕਰ, ਉੱਥੇ ਸਿੱਖੀ ਪ੍ਰਚਾਰ ਦੀ ਲੋੜ ਹੈ। ਬੜੇ ਲੋਕ ਕੁਮਾਰਗ ਪਏ ਨੇ, ਭੁਲੇਖਿਆਂ 'ਚ ਪਏ ਨੇ। ਮਹਾਰਾਜ ਸਾਹਿਬ ਕਿੱਥੇ ਜਾਵਾਂ? ਜਗ੍ਹਾ ਵਿਖਾ ਦਿੱਤੀ, ਉਜੜਿਆ ਥੇ ਹੈ। ਇਸ ਪ੍ਰਕਾਰ ਬੋੜ ਨੇ, ਸੱਪ ਠੂਹੇ ਨੇ, ਪ੍ਰੇਤ ਜੂਨਾਂ ਉੱਥੇ ਰਹਿੰਦੀਆਂ ਨੇ, ਉੱਥੇ ਜਾਣਾ ਕਰ। ਮਹਾਰਾਜ ਮੇਰਾ ਕੋਈ ਵਾਕਬ ਨਹੀਂ। ਜਿਸ ਤਰ੍ਹਾਂ ਨਿਧਾਨ ਸਿੰਘ ਨੂੰ ਕਿਹਾ ਸੀ ਨਾ ਵੀ ਗੀਸਾ ਮੇਰਾ ਹੱਥ ਤੇਰਾ, ਕਹਿੰਦੇ ਜਾ ਇੰਤਜ਼ਾਮ ਅਸੀਂ ਆਪੇ ਕਰ ਲਾਂਗੇ। ਚਲੇ ਗਏ, ਬੰਦਗੀ ਕੀਤੀ, ਕੁਟੀਆ ਤੇ ਚੁਰ ਪੁੱਟ ਲਈ, ਗੁਫਾ ਪੁੱਟ ਲਈ। ਫਿਰ ਗੁਪਤ ਰੂਹਾਂ ਆਈਆਂ ਸੀ ਦਿਵਾਲੇ ਪਦਾਲੇ ਸੈਂਕੜਿਆਂ ਦੇ ਹਿਸਾਬ ਨਾਲ। ਅਤੇ ਮਹਾਂਪੁਰਖ ਦੇ ਵਾਹਿਗੁਰੂ ਕਿਹਾ ਤੇ ਡਿੱਗ ਪਏ ਪਛਾਣ ਸਾਰੇ। ਫਿਰ ਹੌਲੀ ਹੌਲੀ ਉੱਠ ਕੇ ਬੋਲੇ ਕਿ ਤੁਸੀਂ ਇੱਥੋਂ ਚਲੇ ਜਾਓ, ਜੇ ਤੁਸੀਂ ਇੱਥੇ ਬੰਦਗੀ ਕਰੋਗੇ ਤਾਂ ਸਾਡਾ ਰਹਿਣਾ ਮੁਸ਼ਕਲ ਹੈ, ਸਾਨੂੰ ਸੇਕ ਲੱਗਦਾ ਹੈ। ਤੁਸੀਂ ਹੈ ਕੌਣ? ਕਹਿੰਦਾ ਮੈਂ ਇਹਨਾਂ ਦਾ ਮੁਖੀ ਜਥੇਦਾਰ ਸਾਂ, ਇਹ ਮੇਰੇ ਚੇਲੇ ਨੇ, ਸਾਰੇ ਭੇਦ ਬਣੇ ਹੋਏ। ਇਸ ਪ੍ਰਕਾਰ ਦੀ ਹਾਲਾਤ ਸਾਡੇ ਨਾਲ ਵੀ ਹੋਵੇਗੀ। ਲਦਾਈ ਕੇ ਸੱਪ ਬਣਿਆ ਸੀ ਪਖੰਡੀ, ਗੁਰੂ ਖਾਉਣ ਵਾਲਾ, ਅਤੇ ਬੜੇ ਭਾਰੀ ਕੀੜੇ ਉਹਦੇ ਸਰੀਰ ਵਿੱਚ। ਛੇਵੇਂ ਪਾਤਸ਼ਾਹ ਦੀ ਸ਼ਰਣੀ ਪਿਆ, ਚਰਨ ਸੁਹਾਇਆ, ਸਰੀਰ ਫੁੱਟ ਗਿਆ, ਛੇਕ ਪਏ ਹੋਏ ਸੀ। ਪੁੱਛਿਆ ਸਿੱਖਾਂ ਨੇ, ਕਹਿੰਦੇ ਦੇਹ ਧਾਰੀ ਗੁਰੂ ਸੀ। ਇਹਨਾਂ ਕੀੜਿਆਂ ਦੀ ਜੇ ਮਨੁੱਖ ਸੀ, ਇਹਨਾਂ ਦੀ ਮਾਇਆ ਇਹਨੇ ਖਾਧੀ ਹੋਈ ਸੀ। ਇਹ ਸਾਖੀਆਂ ਲੰਬੇਰੀਆਂ ਸੀ, ਮੈਂ ਟੂਕ ਮਾਤਰ ਇਸ਼ਾਰੇ ਕੀਤੇ ਨੇ, ਅੱਗੇ ਵੀ ਆਪਾਂ ਵਧਣਾ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਮਨ ਮਾਇਆ ਮੈਂ ਫੰਦ ਰਹਿਓ, ਬਿਸਰਿਓ ਗੋਬਿੰਦ ਨਾਮ। ਕਹੋ ਨਾਨਕ ਬਿਨ ਹਰ ਭਜਨ, ਜੀਵਨ ਕਉਨੇ ਕਾਮ। ਪ੍ਰਾਨੀ ਰਾਮ ਨ ਚੇਤਈ, ਮਦ ਮਾਇਆ ਕੈ ਅੰਧ। ਅੰਧ ਵਿਸ਼ਵਾਸੀ ਪ੍ਰਤੱਖ ਨੇਤਰਾਂ ਤੋਂ ਅੰਨ੍ਹਿਆ, ਮਤ ਬੁੱਧ ਰੂਪੀ ਨੇਤਰਾਂ ਤੋਂ ਅੰਨ੍ਹਿਆ। ਪ੍ਰਾਣੀ ਰਾਮ ਨਹੀਂ ਚੇਤਦਾ, ਪਰਮੇਸ਼ਰ ਦਾ ਨਾਮ ਨਹੀਂ ਚੇਤਦਾ, ਜਿਹਦਾ ਮੁੱਲ ਕੋਈ ਨਹੀਂ ਦੁਨੀਆ 'ਤੇ ਪਾ ਸਕਿਆ। ਹੀਰਾ ਲਾਲ ਅਮੋਲਕ ਹੈ ਭਾਰੀ, ਮੁੱਲ ਤੋਂ ਰਹਿਤ ਹੀਰਾ ਹੈ। ਹੀਰੇ ਦਾ ਮੁੱਲ ਪੈ ਸਕਦਾ, ਨਾਮ ਦਾ ਮੁੱਲ ਨਹੀਂ ਪੈ ਸਕਦਾ। ਨਾਮ ਤੁਲਕ ਸ਼ਬਰ ਨਾ ਹੋਏ, ਗੁਰਮੁਖ ਨਾਮ ਪਾਵੇ ਜਨ ਕੋਏ। ਨਾ ਚੇਤੀ ਮਦ ਮਾਇਆ ਕੈ, ਮਦ ਮਸਤੀ, ਮਦ ਸ਼ਰਾਬ। ਹਾਜ਼ਰ ਪਾਤਸ਼ਾਹ ਜੀ ਦੇ ਅੰਧ ਵਿਸ਼ਵਾਸੀ ਨਾ ਬਣੋ, ਸਾਵਧਾਨ ਹੋ, ਅੱਖਾਂ ਖੋਲ੍ਹੋ, ਚੰਗੀ ਤਰ੍ਹਾਂ ਚਿੱਥੋ। ਕਹੋ ਨਾਨਕ ਹਰ ਭਜਨ ਬਿਨ ਬਿਰਥਾ, ਪਤਤ ਪਾ ਤਾਹੀਂ ਜਮ ਫੰਦ। ਜਾਮਾਂ ਦੀ ਫਾਹੀ ਪਰਤ ਪੈੜਿਓ ਤੇਰੇ ਗਲੇ ਵਿੱਚ, ਜੋ ਜਿਤੋਂ ਤੋਂ ਭਾਵ ਬਚਣਾ ਬੜਾ ਮੁਸ਼ਕਿਲ ਹੈ। ਜਮ ਬੜਾ ਡਾਢਾ ਹੈ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸੁੱਖਾਂ ਦੇ ਵੇਲੇ ਡਿਗਰੀ ਕੋਲ ਹੈ, ਬੜੇ ਸੰਗੀ। ਰਹਿਤ ਚਾਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ। ਕਉ ਨਾ ਆਪਤ ਨੇੜੇ। ਸੁੱਖਾਂ ਦੇ ਵੇਲੇ ਸੋ ਜਗ ਸਗਲ ਜਗਤ ਆਪਣੇ ਸੁਖ ਲਾਗਿਓ। ਦੁੱਖ ਮੈਂ ਸਾਥੀ ਕੋਈ ਨਹੀਂ ਬਣਦਾ, ਸੁੱਖਾਂ ਦੇ ਭਾਈਵਾਲ ਬਣਦੇ ਨੇ। ਸੋ ਜਦੋਂ ਭਾਵ ਕੰਗਾਲੀ ਆ ਜਾਏ, ਗਰੀਬੀ ਆ ਜਾਏ, ਡਿਗਰੀ ਖੁੱਸ ਜਾਵੇ, ਇਹ ਫਿਰ ਸਾਰੇ ਸਾਥ ਛੱਡ ਜਾਂਦੇ ਹੈ। ਦੁਨੀਆ ਦੀ ਸਾਂਝ ਜਿਚਰ ਖਾਵਣ ਪਹਿਨਣੇ, ਤਿਚਰ ਰੱਖਣ ਗੰਢ। ਜਿਦਨ ਕਛੂ ਨਾ ਹੋਵੇ ਤਿਦਨ ਬੋਲਣ ਗੰਦ।
ਇਹ ਹਾਲਾਤ ਹੈ ਦੁਨੀਆ ਦੇ ਲੋਕਾਂ ਦੀ। ਇਸ ਪ੍ਰਕਾਰ ਸੁਖ ਮੈਂ ਬਹੁ ਸੰਗੀ ਭਏ, ਦੁੱਖ ਦੇ ਵੇਲੇ ਕੋਈ ਸੰਗੀ ਸਾਥੀ ਨਹੀਂ। ਦਿਲੋਂ ਪਿਆਰ ਵਾਲਾ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਦੁੱਖ ਵੰਡਾਉਣ ਵਾਸਤੇ ਸਹਾਇਤਾ ਕਰੂ। ਸਹਾਇਤਾ ਪਰਮੇਸ਼ਰ ਦਾ ਨਾਮ ਕਰਦਾ ਹੈ। ਜੇ ਕੋਈ ਹੋਵੇ ਦੁੰਬਲਾ ਨੰਗ ਭੋਕੀ ਪੀੜ, ਦੰਬੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ। ਸਵਾਰ ਸੁਆਓ ਨਾ ਕੋ ਕਰੇ ਨਕਸ਼ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨੇਜਲ ਹੋਵੇ ਰਾਜ। ਦੁੰਬਲਾ ਕਮਜ਼ੋਰ ਇਹੋ ਜਿਹੇ ਹਾਲਾਤ ਹੋਵੇ, ਕੌਣ ਸਹਾਇਤਾ ਕਰੂ? ਪਰਮੇਸ਼ਰ ਦਾ ਨਾਮ ਸਹਾਇਤਾ ਕਰੂ। ਬੂਰਦ ਕੋ ਜੈਸੇ ਬੇੜੀ ਮਿਲਤ, ਬੂਝ ਦੀਪਕ ਮਿਲਤ ਤਿਲਤ, ਜਲਦ ਅਗਨੀ ਮਿਲਤ ਨੀਰ। ਜੈਸੇ ਰਣ में सखा ਭਰਾਤ, ਜਾਕੇ ਭੁੱਖੇ ਭੋਜਨ ਮਾਤ। ਬਹੁਤ ਉਪਮਾ ਥੋੜੀ ਕਹੀ। ਇਹ ਬੜੀ ਉਪਮਾ ਪਰਮੇਸ਼ਰ ਦੇ ਨਾਮ ਦੀ। ਸ਼ਬਦ ਲੰਬੇਰਾ ਹੈ, ਬੜਾ ਗਿਆਨ ਹੈ ਇਸ ਵਿੱਚ, ਕਿਤਿਓਂ ਵੀ ਘੱਟ ਨਹੀਂ। ਇੱਕ ਇੱਕ ਪੰਗਤੀ। ਸੁਖ ਮੈਂ ਬਹੁ ਸੰਗੀ ਭਏ, ਝੂਠੇ ਠੱਗ ਨਸੇ ਭਾਵ ਦਗੇਬਾਜ਼। ਦੁੱਖਾਂ ਦੇ ਵੇਲੇ ਸਹਾਇਤਾ ਨਹੀਂ ਕਰਦੇ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਹਨ ਕਰਨੀ ਹੈ। ਕਹੋ ਨਾਨਕ ਹਰ ਭਜਨ ਹਰ ਭਜ ਮਨਾ, ਅੰਤ ਸਹਾਈ ਹੋਏ। हे ਮੇਰੇ ਮਨਾ ਪਿਆਰਿਆ, ਹਰੀ ਦਾ ਭਜਨ ਸਿਮਰਨ ਕਰ ਲੈ, ਅੰਤ ਸਮੇਂ ਤੇਰੀ ਸਹਾਇਤਾ ਕਰੂ। ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ, ਨਾਹੀਂ ਤੇਰੇ ਛੱਡ ਜਾਹੇ। ਨਾਮ ਸੁਣ ਕੇ ਜਮ ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। लज्जावान शर्मसार होकर चले जाओ। इस धर्मराज राज की करा ठगौर, उसकी जगह बहावा और। इत्थों तक अवस्था बन जाती महात्मा दी। डर ही नहीं किसी का रह जाता, डर देने वाला कोई रह ही नहीं जाता। इस प्रकार जामू एक तन लख तौ जिती, पिंदड़े दर कितड़े। बावण बिरथा गयो जन्म, जिन कीतों सो विसरे। ਤਉ ਜਿੱਤੀ ਤੇਰੇ ਵਰਗੇ ਪਿੰਨੜੇ ਮੰਗਤੇ, ਮੇਰੇ ਗੁਰੂ ਦੇ ਦਰ 'ਤੇ ਲੱਖਾਂ ਹੀ ਰੋਜ਼ ਆਉਂਦੇ ਨੇ। ਜਾਂ ਤੂੰ ਮੇਰਾ ਇੱਕ ਹੈ ਮੈਂ ਤੇਰਾ ਹਾਂ, ਜਾਂ ਤੂੰ ਮੇਰੇ ਵੱਲ ਤਾਂ ਕਿਆ ਮੋਹ ਛੰਦਾ। ਤਦ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਲਖਮੀ ਤੋੜਨਾ ਬਈ ਖਾਏ ਖਰਚ ਰਹੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ, ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ। ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰੀਏ। ਕਿ ਹਰੀ ਬਖਸ਼ ਲਾਵੇ ਤਾਂ ਸਾਰੇ ਕਾਰਜ ਆਪਣੇ ਆਪ ਸਫਲ ਹੋ ਜਾਂਦੇ ਨੇ। ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਅੰਤ ਸਮੇਂ ਤੇਰੀ ਸਹਾਇਤਾ ਕਰੂ। ਪਰਮੇਸ਼ਰ ਦਾ ਨਾਮ ਹੋਰ ਕੋਈ ਨਹੀਂ। ਦਾਸ ਦੇ ਪਿਆਰ ਵਾਲਾ ਵੀਰ ਸੀ ਅਮਰੀਕਾ ਵਿਖੇ। ਸਰੀਰ ਕਾਫੀ ਕਮਜ਼ੋਰ ਹੋ ਗਿਆ ਅਤੇ ਪਤਾ ਲੱਗ ਗਿਆ ਵੀ ਹੁਣ ਬਚਣਾ ਮੁਸ਼ਕਿਲ ਹੈ। ਸੋ ਇਸ ਪ੍ਰਕਾਰ ਕਈ ਕੁਛ ਹੋਰ ਵੀ ਕਹਿ ਗਿਆ, ਉਹ ਮੈਂ ਛੱਡ ਦੇਵਾਂ। ਆਖਰੀ ਗੋਰੇ ਜਦੋਂ ਲੈ ਕੇ ਹਸਪਤਾਲ ਗਏ, ਸਰੀਰ ਛੱਡ ਗਿਆ ਅਤੇ ਆਣ ਕੇ ਦੱਸਣ ਲੱਗੇ, ਇੱਕ ਟੱਕ ਕੁਝ ਬੋਲ ਹੀ ਜਾਂਦਾ ਸੀ, ਬੋਲ ਹੀ ਜਾਂਦਾ ਸੀ। ਸਾਨੂੰ ਤਾਂ ਪਤਾ ਲੱਗ ਗਿਆ ਕਿ ਕੀ ਬੋਲਦਾ ਸੀ। ਉਹ ਅੰਤ ਸਮੇਂ ਵਾਹਿਗੁਰੂ 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 ਬੋਲਦਾ ਸੀ। ਅੰਤ ਸਮੇਂ ਜਿੱਧਰ ਸੁਰਤੀ ਚਲੀ ਜਾਵੇ, ਬਿਰਤੀ ਚਲੀ ਜਾਵੇ, ਤਾਂ ਕਾਲ ਜੋ ਲక్ష్ਮੀ ਸਿਮਰੇ, ਐਸੀ ਚਿੰਤਾ ਮਹਿ ਜੇ ਮਰੇ ਸਰਬ ਜੋਨ। ਮਾਇਆ 'ਚ ਖਿਆਲ ਚੱਲ ਗਿਆ ਸੱਪ ਬਣੇਗਾ, ਮੰਦਰਾਂ 'ਚ ਖਿਆਲ ਚਲੇ ਗਿਆ ਪ੍ਰੇਤ ਬਣੇਗਾ, ਇਸਰੀ ਭਰਤੀ ਸੁਰਤੀ ਚੱਲ ਗਈ ਤੇ ਵੇਸਵਾ ਬਣੇਗਾ। ਇਹ ਤਾਂ ਆਰਕ ਪੰਕਤੀਆਂ ਨੇ। ਅੰਤਕਾਲ ਜੇ ਪਰਮੇਸ਼ਰ ਨਾਰਾਇਣ ਚੇਤੇ ਆ ਗਿਆ ਤੇ ਮੁਕਤ ਹੋ ਜਾਵੇਗਾ। ਉਹ ਸਮਾਂ ਸਾਹਮਣਾ ਬੜਾ ਭਾਰੀ ਜ਼ਰੂਰੀ ਹੈ। ਸ਼ਬਦ ਲੰਮੇਰਾ, ਅਰਥ ਬੜੇ ਸੁੰਦਰ ਸਨ। ਅੰਤ ਸਮੇਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਵੀ ਸਹਾਇਤਾ ਨਹੀਂ ਕਰਨੀ। ਜੋ ਅੰਦਲੇ ਹੱਥ ਟੋਹਣੀ, ਮੁਖ ਨਾਮ ਹਮਾਰੇ। ਜੇ ਮਾਰ ਕੇ ਗਨੇ ਜਾਹੇ ਨ ਕੋਸਾ, ਹਰ ਕਾ ਨਾਮ ਮੁਹ ਸੰਗ ਤੋਸਾ। ਜੇ ਪੈਂਡੇ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨ ਸਜਾਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਜਾਂ ਮਹਾ ਭਿਆਨ ਤਬਤ ਬਹੁ ਕਾਮ, ਤਾਂ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ। ਤਬਤ ਕਾਮ ਗਰਮੀ ਭੁੱਖ ਪਿਆਸ, ਉੱਥੇ ਪਰਮੇਸ਼ਰ ਦੇ ਨਾਮ ਨੇ ਸਹਾਇਤਾ ਕਰਨੀ ਜਿੰਨਾ ਕੁ ਤੂੰ ਜਪਿਆ ਹੋਵੇਗਾ। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨ ਜਮ ਕੋ ਤਰਾਸ। ਕਈ ਜਨਮ ਲਏ ਕਈ ਭਰਮਿਆ ਕਈ ਫਿਰਿਆ, ਚਾਰ ਕੁੜ ਦਹਿਦਸ ਭਰਮੇ। ਥੱਕ ਆਏ ਪ੍ਰਭ ਕੀ ਸ਼ਾਮ, ਪਰ ਜਮਾਂ ਦਾ ਤਰਾਸ ਡਰੇ ਤਰ੍ਹਾਂ ਨਹੀਂ ਮਿਟਣਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਤੇ ਪਸ਼ੂ ਪੰਛੀ ਬਣ ਕੇ ਜਪਿਆ ਨਹੀਂ ਜਾਣਾ। ਹਜ਼ੂਰ ਕੀ ਕਹਿੰਦੇ ਨੇ, ਕਹੋ ਨਾਨਕ ਹਰ ਭਜ ਮਨਾ, ਨਿਰਭੈ ਪਾਵਹਿ ਵਾਸ। ਬਾਸ ਵਾਸਾ
जिथे भै ही कोई नहीं डर ही कोई नहीं। इस प्रकार बेगमपुरा शहर को नाऊं, दुखों दो नहीं तहि थाऊं, न तस्वीस कराज न माल, खौफ न खदा न तरस जवाल, ऊहाँ खैर सदा मेरे भाई, दो मन सेम एक सो आई, आबा दान सदा मशहूर, वहाँ गनी बने बसे मामूर। इस प्रकार भाग ठड़े हर संत तुम्हारे, भागा वाले मामूर गनी गन लब लवाला भरे हुए। इस प्रकार भगत जी ने जनाया उस शहर की वासी ਬਣਨ ਦਾ ਯਤਨ ਕਰੋ। ਐਵੇਂ ਦੁਨੀਆ ਦੇ ਧਨ ਪਦਾਰਥ ਤੇ ਕੋਠੀਆਂ ਕਿਸੇ ਕੰਮ ਨਹੀਂ ਆਉਣੀਆਂ। ਜੋਗ ਜੋਗ ਠੀਕ ਹੈ ਕਹੋ ਨਾਨਕ ਹਰ ਭਾਜ, ਹਰੀ ਦਾ ਭਜਨ ਕਰ ਹੈ ਮਨਾ ਪਿਆਰਿਆ। ਤੂੰ ਨਿਰਭੈ ਭੈ ਤੋਂ ਰਹਿਤ, ਡਰ ਹੀ ਕੋਈ ਨਹੀਂ ਰਹਿ ਜਾਵੇਗਾ। ਸੋ ਵਾਸਾ ਤੈਨੂੰ ਪ੍ਰਾਪਤ ਹੋਵੇਗਾ ਨਿਰਭੈਤਾ ਵਾਸਤੇ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨ ਮਨ ਕੋ ਮਾਨ। ਮਨ ਦਾ ਮਾਣ, ਮਨ ਨੂੰ ਗਰਸਿਆ ਹੋਇਆ ਮਾਣ ਹੰਕਾਰ ਨੇ। ਬੜੇ ਯਤਨ ਕੀਤੇ ਇਹ ਦੂਰ ਹੁੰਦਾ ਹੀ ਨਹੀਂ। ਜਿਸ ਗ੍ਰਹਿ ਹੈ ਬਹੁਤ ਇਹ ਮਾਇਆ, ਜਿਸ ਗ੍ਰਹਿ ਬਹੁਤ ਤਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਬ੍ਰਹਮੰਤਾ। ਦੋਹਾਂ ਬੇਵਸਤਾ ਤੇਜੋ ਮੁਕਤਾ, ਸੋਈ ਸੁਹੇਲਾ ਭਾਲੀਏ। ਉਹ ਸੁਖੀ ਹੈ ਜਿਹਨੂੰ ਬਹੁਤੀ ਦੀ ਵੀ ਲੋੜ ਨਹੀਂ ਤੇ ਜਿਹਨੂੰ ਹੋਰ ਮੰਗਣ ਦੀ ਵੀ ਕੋਈ ਲੋੜ ਨਹੀਂ। ਲੋੜ ਅਨੁਸਾਰ ਰੱਬ ਜਿਹਨੂੰ ਦੇਈ ਜਾਂਦਾ ਹੈ। ਇਸ ਪ੍ਰਕਾਰ ਯਤਨ ਬਹੁਤ ਮੈਂ ਕਰਨ ਬੜੇ ਕੀਤੇ, ਮਨ ਦਾ ਮਾਣ ਹੰਕਾਰ, ਕਾਮ ਕਰੋ ਲੋਭ ਹੰਕਾਰ, ਇਹ ਤਰ੍ਹਾਂ ਨਹੀਂ ਮਿਟਣੇ। ਦੁਰਮਤ ਸਿਓ ਨਾਨਕ ਫੰਧਿਓ, ਰਾਖ ਲਿਓ ਭਗਵਾਨ। ਦੁਰਮਤ ਖੋਟੀ ਮਤ, ਜਿਹਦੇ ਮੁਤਲਕ ਪਿਛਲੇ ਦੀਵਾਨ 'ਚ ਬੇਨਤੀਆਂ ਕੀਤੀਆਂ ਕਿ ਅਨਮਤੀ, ਮਨਮਤੀ, ਦੁਰਮਤੀ, ਗੁਰਮਤੀ, ਪਿਛਲੇ ਦੀਵਾਨ 'ਚ ਬੇਨਤੀਆਂ ਕੀਤੀਆਂ। ਹੁਣ ਖੁਲਾਸਾ ਨਾ ਖੋਲੀਏ। ਫੰਧਿਆ ਹੋਇਆ ਹੈ, ਵੱਜਿਆ ਹੋਇਆ ਹੈ, ਫਸਿਆ ਹੋਇਆ ਹੈ। ਮੇਰੀ ਮੇਰੀ ਧਾਰੀ, ਉਹਾ ਪੈਰ ਲੋਹਾਰੀ, ਲੋਹੇ ਦੀ ਬੇੜੀ, ਆ ਮੇਰਾ। ਰਾਖ ਲਿਓ ਭਗਵਾਨ, ਰਾਖ ਰਾਖ ਮੇਰੇ ਬੀਠਲਾ, ਜਨ ਸਰਨ ਤੁਮਾਰੀ। ਉਸ ਤੋਂ ਬਿਨਾਂ ਹੋਰ ਕੋਈ ਨਹੀਂ ਰੱਖ ਸਕਦਾ। ਬਾਲ ਜਵਾਨੀ ਅਰ ਬਿਰਧ ਪੁੰਨ, ਤੀਨ ਅਵਸਥਾ ਜਾਨ। ਬਾਲਕ ਪੁਣਾ, ਜਵਾਨੀ ਤੇ ਬਿਰਧ ਹੋ ਗਿਆ, ਤਿੰਨ ਅਵਸਥਾ ਨੇ। ਤੇ ਸਭ ਤੋਂ ਸੁਨਹਿਰੀ ਮੌਕਾ ਹੈ ਜਵਾਨੀ ਵਾਲਾ ਅਵਸਥਾ, ਜਵਾਨੀ ਵਾਲੀ ਅਵਸਥਾ। ਕਿਉਂਕਿ ਬਾਲਕ ਅਵਸਥਾ ਅਣਜਾਣ ਪੁਣੇ 'ਚ ਲੰਘ ਜਾਂਦੀ ਹੈ। ਜਵਾਨੀ ਮਹਾਤਮਾ ਜੀ ਲਿਖਦੇ ਹੈ ਵਿਰਾਗ ਸ਼ਤਕ ਗ੍ਰੰਥ ਵਿੱਚ, ਜਰਾ ਉਪਾਉ ਨਾ ਹੋ ਸਕੇ, ਜਰਾ ਆਬਦ ਕੇ ਮਾਹੇ, ਭਵ ਸਾਗਰ ਕੇ ਤਰਨ ਕਉ, ਤਰਨ ਅਵਸਥਾ ਆਹੇ। ਤਰਨ ਅਵਸਥਾ, ਜੁਬ ਅਵਸਥਾ, ਇਹ ਵੇਲਾ ਸਾਂਭਣਾ ਚਾਹੀਦਾ ਹੈ। ਜਪ ਕਰਨ ਲਈ, ਤਪ ਕਰਨ ਲਈ, ਸੇਵਾ ਕਰਨ ਲਈ, ਪਰਉਪਕਾਰੀ ਕਰਨ ਲਈ, ਕੁਝ ਵੀ ਕਰਨ ਲਈ। ਇਸ ਪ੍ਰਕਾਰ ਬਾਲ ਜਵਾਨੀ ਅਰ ਬਿਰਧ ਪੁਨ ਅਥਵਾ ਤਿੰਨ ਅਵਸਥਾ ਜ਼ਿੰਦਗੀ ਦੀਆਂ ਨੇ। ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਇਹ ਸਾਰੀਆਂ ਵਿਅਰਥ ਹੀ ਲੰਘ ਗਈਆਂ ਤਿੰਨੇ ਅਵਸਥਾ ਹਰੀ ਦੇ ਭਜਨ ਤੋਂ ਬਿਨਾਂ। ਭਾਗਾਂ ਵਾਲਿਆਂ ਨੇ ਸਾਂਭ ਲਈਆਂ ਸੀ ਬਾਲਕ ਅਵਸਥਾ। ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਲੰਮੀਆਂ ਚੌੜੀਆਂ ਸਾਖੀਆਂ ਇਹਨਾਂ ਭਗਤਾਂ ਦੀਆਂ, ਤੇ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੇ ਕੋਏ। ਕਰ ਸਾਈਂ ਸੋ ਪਿਰਹੜੀ, ਰੰਗ ਨਾ ਵੇਲਾ ਹੋਏ। ਪਿਰਹੜੀ ਪ੍ਰੀਤੀ, ਰੰਗ ਪ੍ਰੇਮ ਕਰਨ ਦਾ ਕੋਈ ਵੇਲਾ ਨਹੀਂ। ਜੇ ਬਾਲਕ ਅਵਸਥਾ ਜਵਾਨੀ ਹੱਥੋਂ ਨਿਕਲ ਗਈ ਹੈ ਤੇ ਬਿਰਧ ਅਵਸਥਾ ਹੀ ਸਾਂਭ ਲਓ। ਅੰਮ੍ਰਿਤ ਵੇਲਾ ਹੈ ਬਿਰਧ ਅਵਸਥਾ, ਜ਼ਿੰਦਗੀ ਦਾ ਪਿਛਲਾ ਪੈਰ ਹੈ ਬਿਰਧ ਅਵਸਥਾ। ਇਸ ਪ੍ਰਕਾਰ ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਸਭ ਕੁਛ ਵਿਅਰਥ ਹੀ ਹੈ, ਖਾਲੀ ਰਹਿ ਜਾਊ। ਧਨ ਲੋਕਾਂ ਤਨ ਭਸਮੇ ਢੇਰੀ, ਨਿਕਸਿਓ ਫੂਕ ਹੋਏ ਕਿਉਂ ਸਵਾਹਾ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ। ਤੂੰ ਕਾਹੇ ਗਰਭ ਹੈ ਬਾਵਲੀ, ਜੈਸੇ ਭਾਦੋ ਖੂਬ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਕਰਨੋ ਹੋਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਲੋਭ ਦੀ ਫਾਹੀ ਵਿੱਚ ਫਸਿਆ ਹੋਇਆ ਹੈ। ਜੋ ਕਰਨਾ ਸੀ ਤੇਰੇ ਪਾਸੋਂ ਹੋਇਆ ਨਹੀਂ। ਇਹ ਸਾਨੂੰ ਕਹਿ ਰਹੇ ਨੇ ਮਹਾਰਾਜ ਸਾਹਿਬ, ਕਿਸੇ ਹੋਰ ਨੂੰ ਨਹੀਂ। ਆਖਰੀ ਚਿੱਠੀ ਹੈ ਸੰਗਤਾਂ ਵਾਸਤੇ ਮਹਾਰਾਜ ਸਾਹਿਬ ਜੀ ਦੀ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਅੰਧ ਵਿਸ਼ਵਾਸੀ ਪ੍ਰਤੱਖ ਨੇਤਰਾਂ ਤੋਂ ਨਹੀਂ, ਸੂਰਮੇ ਵੀ ਭਗਤ ਹੋਏ ਨੇ ਅੰਨੇ। ਮਤ ਬੁੱਧ ਰੂਪੀ ਨੇਤਰਾਂ ਤੋਂ ਬਿਨਾਂ, ਭੈਕੀਆਂ ਦੇ ਸੜਾਈਆਂ ਨੈਣੀ। ਭਾਵ ਕਾ ਕਰ ਸ਼ਿੰਗਾਰੋ, ਭਾਵਨਾ ਵਾਲੀ ਸ਼ਿੰਗਾਰ ਕਰ। ਮਤ ਬੁੱਧ ਵਿੱਚ ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ਼।
हर कृपा ते संत भेटिया, नानक मान प्रकाश ਗਿਆਨ ਰੂਪੀ ਸੁਰਮਾ ਮਤ ਬੁੱਧ ਰੂਪੀ ਨੇਤਰਾਂ 'ਚ ਪੈ ਜਾਵੇ, ਹਨੇਰਾ ਦੂਰ ਹੋ ਜਾਵੇ, ਭਰਮ ਦੇ ਫੋਲੇ ਪੜਦੇ ਦੂਰ ਹੋ ਜਾਣ। ਨਾਨਕ ਸਮਿਓ ਰਾਮ ਗਇਓ, ਹੱਥੋਂ ਨਿਕਲ ਗਿਆ ਸਾਮਾ। ਸੋ ਆਬ ਕਿਉਂ ਰੋਵਤ ਅੰਧ, ਹੁਣ ਤੇਰਾ ਰੋਣਾ ਕਿਨ ਸੁਣਨਾ ਹੈ। ਅੰਧ ਵਿਸ਼ਵਾਸੀ ਹੁਣ ਰੋ ਜਾਂ ਨਾ ਰੋ, ਹੁਣ ਕੀਤਾ ਪਾਉਣਾ ਹੀ ਪੈਣਾ ਹੈ, ਹੁਣ ਬੀਜਿਆ ਵੱਢਣਾ ਹੀ ਪੈਣਾ ਹੈ। ਮਨ ਮਾਇਆ ਮੈਂ ਰਾਮ ਰਹਿਓ, ਨਿਕਸਤ ਨਾਹੀ ਨਾ ਮੀਤ। ਸਾਡੇ ਮਿੱਤਰਾ ਹੁਣ ਤਿੱਥੋਂ ਨਿਕਲਿਆ ਨਹੀਂ ਜਾਣਾ, ਤੂੰ ਫਸ ਚੁੱਕੀਆਂ ਹੈ। ਕਬੀਰ ਚੁਗੇ ਚਤਾਰੇ ਪੀ ਚੁਗੇ, ਚੁਗ ਚੁਗ ਚਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਇਹ ਹਾਲਾਤ ਬਣੀ ਹੋਈ ਹੈ ਜਿਵੇਂ ਕੂੰਜ ਬੱਚਿਆਂ ਨੂੰ ਚੇਤੇ ਕਰਦੀ ਹੈ, ਤੂੰ ਮਾਇਆ ਨੂੰ ਚੇਤੇ ਕਰਦਾ, ਇਹਨਾਂ ਰੱਬ ਨੂੰ ਚੇਤੇ ਕਰ। ਮਾਇਆ ਮਨਹੁ ਨਾ ਵਿਸਰੇ, ਮੰਗੇ ਦਮਾ, ਦਮ ਦੀ ਹਾਲਾਤ ਤੇਰੀ ਬਣੀ ਹੈ। ਇਹਨਾਂ ਜਾਨਵਰਾਂ ਤੋਂ ਸਿੱਖਿਆ ਲੈ ਲਾ। ਇਸ ਪ੍ਰਕਾਰ ਗੁਰਮੁਖੋ ਮੈਂ ਤੁਹਾਨੂੰ ਬਹੁਤਾ ਲੇਟ ਨਾ ਕਰਾਂ, ਹਟਣ ਨੂੰ ਤਾਂ ਜੀ ਨਹੀਂ ਕਰਦਾ। ਅਣਮੁੱਲੀ ਦਾਤ ਪਰਮੇਸ਼ਰ ਦਾ ਨਾਮ ਹੈ ਗੁਰੂ ਬਾਣੀ। ਇਹੋ ਜਿਹਾ ਗਿਆਨ, ਇਹੋ ਜਿਹੀ ਸਿੱਖਿਆ ਦੁਨੀਆ ਦਾ ਕੋਈ ਗ੍ਰੰਥ ਨਹੀਂ ਦੇ ਸਕਦਾ। ਇਸ ਪ੍ਰਕਾਰ ਸਤਿਗੁਰ ਕਿਰਪਾ ਕਰਨ, ਆਪ ਜੀ ਸਮਾਂ ਸਫਲਾ ਬਣਾਉਂਦੇ ਹੋ। ਕਬੀਰ ਤੁਹਾਨੂੰ ਕੈਮਰੇ 'ਚ ਕੈਦ ਕਰੀ ਜਾਂਦਾ ਹੈ। ਅਸੀਂ ਵੱਡੇ ਹੋ ਜਾਵਾਂਗੇ, ਪਿਕਚਰਾਂ ਬੁੱਢੀਆਂ ਨਹੀਂ ਹੋਣੀਆਂ, ਦੇਸਾਂ ਪ੍ਰਦੇਸਾਂ ਵਿੱਚ ਰੋਜ਼ ਹੀ ਚਲੇ ਜਾਂਦੀਆਂ ਨੇ। ਸਤਿਗੁਰ ਕਿਰਪਾ ਕਰਨ, ਅਕਾਲ ਪੁਰਖ ਦੀ ਕਿਰਪਾ ਦੇ ਐਡਮਿੰਟਨ ਵਾਸੀ ਵੀਰ ਅਵਤਾਰ ਸਿੰਘ ਤੇ ਹੋਰ ਸਿੱਖ ਸੰਗਤਾਂ ਦੀ ਭਾਵ ਇਹ ਯਤਨ ਦਾ ਸਦਕਾ ਮਹਾਰਾਜ ਸਾਹਿਬ ਉਹਨਾਂ ਵੀਰਾਂ ਦੀ ਆਸ ਪੂਰੀ ਕਰ ਰਹੇ ਨੇ। ਦਾਸ ਵੱਲੋਂ ਨਾ ਸਮਝ ਲਿਓ, ਕਾਟ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਣ ਹਾਰੋ ਜਾਣੇ। ਹੋ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਜਿਉ ਬੁਲਾਵੇ ਤੂੰ ਬੋਲੇ ਸੁਆਮੀ, ਕੁਦਰਤ ਕੌਣ ਹਮਾਰੀ। ਸਾਰ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਇੱਥੋਂ ਤੱਕ 37 ਸ਼ਲੋਕ ਮਹਾਰਾਜ ਸਾਹਿਬ ਨੇ ਸੇਵਾ ਲਈ ਹੈ, ਅਤੇ 37ਵਾਂ ਕੱਲ੍ਹ ਨੂੰ ਮਹਾਰਾਜ ਸਾਹਿਬ ਸੇਵਾ ਲੈ ਲੈਣ। 49 ਸ਼ਲੋਕ ਸੰਗਤਾਂ ਪ੍ਰਤੀ ਹਜ਼ੂਰ ਨੇ ਬਖਸ਼ ਕੀਤੇ ਸੀ। 50ਵਾਂ 51ਵਾਂ ਅਤੇ 53ਵਾਂ ਅਤੇ 53ਵਾਂ ਆਪਣੀ ਮਾਤਾ ਦੇ ਅਤੇ ਆਪਣੀ ਮਹਿਰ ਗੁਜਰੀ ਦੇ ਅਤੇ ਪੁੱਤਰ ਗੋਬਿੰਦ ਸਿੰਘ ਦੇ ਸੰਬੰਧ ਵਿੱਚ ਬੜਾ ਸੁੰਦਰ ਰੋਚਕ ਕਥਾ ਅੱਗੇ ਆਵੇਗੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਅਣਮੁੱਲੀਆਂ ਦਾਤਾਂ ਸਾਨੂੰ ਕਿਰਪਾ ਕਰਕੇ ਦੇਣ, ਆਪਾਂ ਸੁਣ ਕੇ ਹਿਰਦੇ 'ਚ ਵਸਾਈਏ। ਆਹ ਜ਼ਿੰਦਗੀ ਵੀ ਅਤੇ ਆਉਣ ਵਾਲਾ ਸਮਾਂ ਵੀ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਸਵੀਕਾਰ ਕਰਦੇ ਹੋਏ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।